ਅੱਜ ਕੱਲ੍ਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਦੀਆਂ ਹਿਰਦੇ ਵੇਦਕ ਘਟਨਾਵਾਂ ਹੋ ਰਹੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਦੀ ਨਿਰਾਦਰੀ ਦੇ ਕਿਹੜੇ ਕਿਹੜੇ ਰੂਪ ਪ੍ਰਚਲਿਤ ਹਨ, ਕਿਹੜੀਆਂ ਕਿਹੜੀਆਂ ਚਾਲਾਂ ਹਨ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਦਾ ਭਾਗ ਬਣਦੀਆਂ ਹਨ। ਜ਼ਾਹਰਾ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਚੋਰੀ ਕਰਨਾ ਅਤੇ ਉਹਨਾਂ ਵਿੱਚੋਂ ਪੱਤਰੇ ਪਾੜ ਕੇ ਥਾਂ ਥਾਂ ਤੇ ਨਿਰਾਦਰੀ ਕਰਨੀ, ਇਹ ਬਹੁਤ ਦੁਖਦਾਈ ਘਟਨਾ ਹੈ। ਪੰਥ ਵਿਰੋਧੀ ਸ਼ਕਤੀਆਂ ਸਿੱਖ ਪੰਥ ਨੂੰ ਢਾਹ ਲਾਉਣ ਲਈ ਹਮੇਸ਼ਾ ਯਤਨ ਕਰਦੀਆਂ ਆਈਆਂ ਹਨ ਅਤੇ ਇਹ ਘਟਨਾਵਾਂ ਜੋ ਹਨ ਉਹਨਾਂ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਰੂਪ ਨੂੰ ਚੋਰੀ ਕਰਕੇ ਜਾਂ ਗੁਰਦੁਆਰਿਆਂ ਵਿੱਚ ਚੋਰੀ ਛਿਪੇ ਦਾਖਲ ਹੋ ਕੇ ਕੀਤੀ ਨਿਰਾਦਰੀ ਨੇ ਸਿੱਖ ਕੌਮ ਨੂੰ ਬਹੁਤ ਭਾਰਾ ਹਿਲਾਉਣਾ ਦਿੱਤਾ ਹੈ ਤੇ ਕੌਮ ਨੂੰ ਇਸ ਨਿਰਾਦਰੀ ਨੂੰ ਰੋਕਣ ਲਈ ਸ਼ਹੀਦੀਆਂ ਤੱਕ ਦੇਣੀਆਂ ਪੈ ਰਹੀਆਂ ਹਨ। ਇਸ ਦੁੱਖ ਦੀ ਘੜੀ ਵਿੱਚ ਕੋਈ ਸਰਕਾਰ, ਪੁਲਿਸ, ਸ਼੍ਰੋਮਣੀ ਕਮੇਟੀ ਜਾਂ ਇਸ ਕਮੇਟੀ ਵੱਲੋਂ ਥਾਪੇ ਉੱਚ ਧਾਰਮਿਕ ਸਥਾਨਾਂ ਦੇ ਪ੍ਰਬੰਧਕ, ਜਿਨ੍ਹਾਂ ਨੂੰ ਜਥੇਦਾਰ ਕਿਹਾ ਜਾਂਦਾ ਹੈ, ਸਿੱਖ ਕੌਮ ਨੂੰ ਕੋਈ ਅਗਵਾਈ ਜਾਂ ਇਨਸਾਫ ਦੇਣ ਵਿੱਚ ਹੁਣ ਤੱਕ ਅਸਫਲ ਰਹੇ ਹਨ। ਪੰਜਾਬ ਵਿੱਚ ਸ਼ਬਦ ਗੁਰੂ ਦੀ ਨਿਰਾਦਰੀ ਦੀਆਂ ਵਾਪਰੀਆਂ ਹਿਰਦੇ ਵੇਦਕ ਘਟਨਾਵਾਂ ਤੋਂ ਇਹ ਗੱਲ ਤਾਂ ਸਪਸ਼ਟ ਹੈ ਕਿ ਗੁਰਦੁਆਰਿਆਂ ਵਿੱਚ ਪ੍ਰਕਾਸ਼ ਸਥਾਨਾਂ ਦੀ ਸੁਰੱਖਿਆ ਵਿੱਚ ਭਾਰੀ ਅਣਗਹਿਲੀ ਵਰਤੀ ਜਾ ਰਹੀ ਹੈ ਅਤੇ ਇਹ ਕਮੀ ਦੂਰ ਕਰਨ ਦੀ ਲੋੜ ਹੈ। ਇਹ ਕਮੀ ਪ੍ਰਬੰਧਕਾਂ ਨੂੰ ਆਪਣੇ ਤੌਰ ਤੇ ਦੂਰ ਕਰਨੀ ਪਵੇਗੀ, ਭਾਵੇਂ ਉਹ CCTV ਕੈਮਰੇ ਲਾ ਕੇ ਕਰਨ ਜਾਂ ਸੁਰੱਖਿਆ ਤਾਲਿਆਂ ਵਾਲੇ ਕੇਵਲ ਅੰਦਰੋਂ ਖੁੱਲ੍ਹਣ ਵਾਲੇ ਦਰਵਾਜ਼ੇ ਲਾ ਕੇ ਕਰਨ, ਜਿਨ੍ਹਾਂ ਨੂੰ ਸਿਕਿਉਰਿਟੀ ਲੋਕ ਡੋਰ ਕਿਹਾ ਜਾਂਦਾ ਹੈ। ਇਹ ਜੋ ਦਰਵਾਜ਼ੇ ਹਨ ਕੇਵਲ ਅੰਦਰੋਂ ਖੋਲ੍ਹਣ ਤੇ ਹੀ ਖੁੱਲ੍ਹਦੇ ਹਨ, ਬਾਹਰੋਂ ਕੋਈ ਇਹਨਾਂ ਨੂੰ ਖੋਲ੍ਹ ਨਹੀਂ ਸਕਦਾ। ਜਾਂ ਇਮਾਰਤ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਬਾਹਰ ਲੋਹੇ ਦੀਆਂ ਗ੍ਰਿਲਾਂ ਆਦਿਕ ਲਗਵਾਉਣ। ਜਿਹੜੀਆਂ ਸ਼ੀਸ਼ੇ ਵਾਲੀਆਂ ਖਿੜਕੀਆਂ ਹਨ ਉਹਨਾਂ ਨੂੰ ਸਿਕਿਉਰ ਕੀਤਾ ਜਾਵੇ। ਸ਼ੀਸ਼ੇ ਵਾਲੇ ਦਰਵਾਜ਼ੇ ਹਨ ਉਹਨਾਂ ਦੇ ਬਾਹਰ ਲੋਹੇ ਵਾਲੇ ਦਰਵਾਜ਼ੇ ਲਾ ਕੇ ਉਹਨਾਂ ਨੂੰ ਸਿਕਿਉਰ ਕੀਤਾ ਜਾਵੇ। ਜਾਂ ਕਿਸੇ ਕੰਪਨੀ ਰਾਹੀਂ ਸੁਰੱਖਿਆ ਅਲਾਰਮ ਲਗਵਾ ਕੇ ਮਜ਼ਬੂਤੀ ਕਰਨ ਜਾਂ ਹਥਿਆਰਬੰਦ ਪਹਿਰਾ ਲਾ ਕੇ ਕਰਨ ਜਾਂ ਕੋਈ ਹੋਰ ਵਧੀਆ ਢੰਗ ਅਪਣਾ ਕੇ ਕਰਨ। ਪ੍ਰਬੰਧਕਾਂ ਨੂੰ ਇਹ ਕਰਨਾ ਹੀ ਪਵੇਗਾ। ਜਿਹੜੇ ਗੁਰਦੁਆਰੇ RSS ਰਾਸ਼ਟਰੀ ਸਵੈਮ ਸੇਵਕ ਸੰਘ ਆਦਿਕ ਵਿਪਰਵਾਦੀ ਤੇ ਸਨਾਤਨਵਾਦੀ ਸ਼ਕਤੀਆਂ ਦੇ ਪ੍ਰਭਾਵ ਥੱਲੇ ਹੋਣ, ਉਹਨਾਂ ਦੀ ਪਛਾਣ ਕੀਤੀ ਜਾਵੇ। ਇਸ ਸੰਸਥਾ ਉੱਤੇ ਅੰਗਰੇਜ਼ਾਂ ਨੇ ਪਾਬੰਦੀ ਲਗਾਈ ਸੀ। RSS ਦੇ ਇੱਕ ਸਾਬਕਾ ਮੈਂਬਰ ਨੱਥੂਰਾਮ ਗੋਡਸੇ ਵੱਲੋਂ ਮਹਾਤਮਾ ਗਾਂਧੀ ਨੂੰ ਜਾਨੋਂ ਮਾਰਨ ਤੇ ਸੰਨ 1948 ਵਿੱਚ ਇਸ ਸੰਸਥਾ ਉੱਤੇ ਫਰਵਰੀ ਸੰਨ 1948 ਨੂੰ ਪਾਬੰਦੀ ਲੱਗੀ ਸੀ। ਸੰਨ 1975-76 ਵਿੱਚ ਐਮਰਜੈਂਸੀ ਸਮੇਂ ਅਤੇ ਫਿਰ ਸੰਨ 1992 ਵਿੱਚ ਬਾਬਰੀ ਮਸਜਿਦ ਡੇਗਣ ਸਮੇਂ
ਵੀ ਇਸ RSS ਨਾਂ ਦੀ ਸੰਸਥਾ ਉੱਤੇ ਪਾਬੰਦੀ ਲੱਗੀ ਸੀ। ਇਹ ਵੱਖਰੀ ਗੱਲ ਹੈ ਕਿ ਸਮੇਂ-ਸਮੇਂ ਆਈਆਂ ਸਰਕਾਰਾਂ ਨੇ ਇਹ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਨ। RSS ਦੀ ਇੱਕ ਸੰਸਥਾ ਰਾਸ਼ਟਰੀ ਸਿੱਖ ਸੰਗਤ ਵੀ ਸਿੱਖੀ ਨੂੰ ਢਾਹ ਲਾਉਣ ਵਾਲੀ ਹੀ ਹੈ ਅਤੇ ਉਹ ਅਜਿਹੇ ਕੰਮ ਹੀ ਕਰ ਰਹੀ ਹੈ ਜਿਨ੍ਹਾਂ ਨਾਲ ਸਿੱਖੀ ਵਿਚਾਰਧਾਰਾ ਨੂੰ ਸਨਾਤਨਵਾਦੀ ਵਿਚਾਰਧਾਰਾ ਵਿੱਚ ਰਲਗੱਡ ਕੀਤਾ ਜਾ ਸਕੇ। ਇਸ ਦਾ ਨਾਮ ਵੀ RSS ਹੈ, ਭਾਵ ਰਾਸ਼ਟਰੀ ਸਿੱਖ ਸੰਗਤ। ਇਸ ਦੇ ਮੈਂਬਰ ਸਿੱਖੀ ਸਰੂਪ ਵਾਲੇ ਹਨ ਤੇ ਕਿਰਪਾਨਾਂ ਵੀ ਪਾਈਆਂ ਹੋਈਆਂ ਹਨ, ਪਰ ਚਾਲਾਂ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਹੀ ਹਨ। ਅੱਜ ਦੇ ਅਤੀ ਨਾਜ਼ੁਕ ਹਾਲਾਤਾਂ ਵਿੱਚ ਗੁਰਦੁਆਰਿਆਂ ਵਿੱਚ ਪ੍ਰਕਾਸ਼ ਸਥਾਨਾਂ ਦੀ ਦੇਖਭਾਲ ਵਿੱਚ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ। ਸ਼ਬਦ ਗੁਰੂ ਦੀ ਨਿਰਾਦਰੀ ਦੇ ਹੋਰ ਵੱਖ-ਵੱਖ ਰੂਪ ਕਿਹੜੇ ਹਨ ਜਿਨ੍ਹਾਂ ਵਿਰੁੱਧ ਵੀ ਇਸੇ ਤਰ੍ਹਾਂ ਲਾਮਬੰਦ ਹੋਣ ਦੀ ਲੋੜ ਹੈ ਜਿਸ ਤਰ੍ਹਾਂ ਅੱਜ ਸਿੱਖ ਕੌਮ ਲਾਮਬੰਦ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਨਿਰਾਦਰੀ ਦੇ ਹੋਰ ਕਈ ਰੂਪ ਹਨ ਜਿਨ੍ਹਾਂ ਵਿਰੁੱਧ ਵੀ ਇਸੇ ਤਰ੍ਹਾਂ ਹੀ ਇਕੱਠੇ ਹੋਣ ਦੀ ਲੋੜ ਹੈ, ਆਵਾਜ਼ ਉਠਾਉਣ ਦੀ ਲੋੜ ਹੈ। ਜਿਵੇਂ ਸਿੱਖ ਕੌਮ ਹੁਣ ਸਤਿਗੁਰੂ ਜੀ ਦੀ ਕੀਤੀ ਨਿਰਾਦਰੀ ਸਮੇਂ ਇੱਕ ਮੁੱਠ ਹੋਈ ਜਾਪਦੀ ਹੈ। ਬਹੁਤ ਲੰਬੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਝ ਅਜਿਹਾ ਵਿਪਰਵਾਦੀ ਕਰਮ ਹੋ ਰਿਹਾ ਹੈ, ਵਿਪਰਵਾਦੀ ਰਹੁ ਰੀਤਾਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਬਹੁਤ ਚਿਰ ਪਹਿਲਾਂ ਪਛਾਣ ਕੇ ਉਹਨਾਂ ਤੋਂ ਬਚਣ ਦੀ ਲੋੜ ਸੀ। ਜੇ ਅਜਿਹਾ ਹੋ ਜਾਂਦਾ ਤਾਂ ਪਤਾ ਲੱਗ ਜਾਣਾ ਸੀ ਕਿ ਸਿੱਖ ਸੁਚੇਤ ਹਨ, ਪਰ ਐਸਾ ਨਹੀਂ ਹੋਇਆ। ਇਸ ਤੋਂ ਵਿਪਰਵਾਦੀ ਸ਼ਕਤੀ ਨੇ ਸਮਝਿਆ ਕਿ ਸਿੱਖ ਸੁੱਤੇ ਪਏ ਹਨ, ਇਹਨਾਂ ਦਾ ਮਾਲ ਖਜ਼ਾਨਾ ਜਿੰਨਾ ਲੁੱਟ ਹੁੰਦਾ ਹੈ ਉਹ ਲੁੱਟ ਲਿਆ ਜਾਏ। ਸਿੱਖੀ ਵਿਚਾਰਧਾਰਾ ਦੀਆਂ ਵਿਰੋਧੀ ਜਥੇਬੰਦੀਆਂ ਆਪਣਾ ਪੂਰਾ ਤਾਣ ਲਾ ਕੇ ਬਹੁਤ ਲੰਬੇ ਸਮੇਂ ਤੋਂ ਸਿੱਖੀ ਸਿਧਾਂਤਾਂ ਨੂੰ ਸਨਾਤਨਵਾਦ ਵਿੱਚ ਰਲਗੱਡ ਕਰਨ ਲਈ ਯਤਨ ਕਰਦੀਆਂ ਆ ਰਹੀਆਂ ਹਨ। ਸਿੱਖਾਂ ਨੇ ਇਸ ਪਾਸੇ ਵੱਲ ਬਹੁਤ ਘੱਟ ਧਿਆਨ ਦਿੱਤਾ ਹੈ। ਕੌਮੀ ਸਿੱਖ ਆਗੂਆਂ ਨੇ ਵੀ ਸਨਾਤਨਵਾਦ ਦੇ ਪ੍ਰਭਾਵ ਨੂੰ ਜਿਵੇਂ ਕਬੂਲ ਹੀ ਕਰ ਲਿਆ ਹੋਵੇ। ਰੀਸੋ ਰੀਸੀ ਬਿਨਾਂ ਸੋਚੇ ਵਿਚਾਰੇ ਕੌਮੀ ਆਗੂਆਂ ਦੇ ਵਿਪਰਵਾਦੀ ਪ੍ਰਭਾਵ ਹੇਠ ਬਣਾਏ ਵਿਪਰਵਾਦੀ ਅੰਸ਼ਾਂ ਵਾਲੀ ਸਿੱਖ ਰਹਿਤ ਮਰਜ਼ਾਦਾ ਦੇ ਖਰੜੇ ਉੱਤੇ ਭਰੋਸਾ ਕਰਕੇ ਸਿੱਖ ਵੀ ਉਹੋ ਜਿਹਾ ਕਰਮ ਕਰਦੇ ਆ ਰਹੇ ਹਨ ਜੋ ਕੁਝ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਲਿਖ ਦਿੱਤਾ ਗਿਆ। ਕਦੇ ਕਿਸ ਨੇ ਇਸ ਪਾਸੇ ਵੱਖਰੇ ਹੋ ਕੇ ਨਹੀਂ ਵਿਚਾਰਿਆ ਕਿ ਰਹਿਤ ਮਰਜ਼ਾਦਾ ਦੇ ਖਰੜੇ ਨੂੰ ਵੀ ਸਨਾਤਨਵਾਦ ਜਾਂ ਵਿਪਰਵਾਦ ਦਾ ਗ੍ਰਹਿਣ ਲੱਗਾ ਹੋਇਆ ਹੈ ਜੋ ਗੁਰਮਤ ਅਨੁਸਾਰ ਨਾ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੀ ਕਰ ਰਿਹਾ ਹੈ। ਇਹ ਵਿਪਰਵਾਦੀ ਅੰਸ਼ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ, ਵਿਪਰਵਾਦੀ ਸ਼ਕਤੀਆਂ ਵੱਲੋਂ, ਸਨਾਤਨਵਾਦੀ ਸ਼ਕਤੀਆਂ ਵੱਲੋਂ ਹੀ ਆਪਣੇ ਪ੍ਰਭਾਵ ਦੁਆਰਾ ਸਿੱਖ ਰਹਿਤ ਮਰਿਆਦਾ ਦੇ ਖਰੜੇ ਵਿੱਚ ਪਾਏ ਗਏ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਵੀ ਕਿਰਿਆ ਕਰਮ ਅਤੇ ਰਹੁ ਰੀਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਹੋ ਰਹੀਆਂ ਹਨ, ਉਹ ਪ੍ਰਤੱਖ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਤਾਂ ਹੈ। ਇਹ ਨਿਰਾਦਰੀ ਉਸੇ ਤਰ੍ਹਾਂ ਦੀ ਹੈ ਜਿਸ ਦੇ ਵਿਰੁੱਧ ਅੱਜ ਸਾਰੀ ਸਿੱਖ ਕੌਮ ਧਰਨੇ ਅਤੇ ਪ੍ਰਦਰਸ਼ਨ ਕਰਕੇ ਆਪਣਾ ਰੋਸ਼ ਪ੍ਰਗਟ ਕਰ ਰਹੀ ਹੈ। ਸਮਾਜ ਵਿੱਚ ਜੇ ਕੋਈ ਪੁੱਤਰ ਆਪਣੇ ਪਿਓ ਦੇ ਸਾਹਮਣੇ ਪਿਓ ਨੂੰ ਨਾ ਭਾਉਂਦੇ ਕੰਮ ਕਰੀ ਜਾਵੇ ਤਾਂ ਸਪਸ਼ਟ ਤੌਰ ਤੇ ਪਿਓ ਦੀ ਨਿਰਾਦਰੀ ਹੈ, ਜਿਸ ਨਾਲ ਪਿਓ ਆਪਣੇ ਪੁੱਤਰ ਪ੍ਰਤੀ ਕੋਈ ਪ੍ਰਸੰਨਤਾ ਪ੍ਰਗਟ ਨਹੀਂ ਕਰੇਗਾ। ਪਿਓ ਪੁੱਤਰ ਵਿੱਚ ਫਿੱਕ ਪੈ ਜਾਵੇਗਾ। ਸਿੱਖ ਰਹਿਤ ਮਰਿਆਦਾ ਦੇ ਸੰਨ 1931 ਤੋਂ ਸੰਨ 1945 ਤੱਕ 14 ਸਾਲ ਰਿੜਕ ਹੁੰਦੇ ਰਹੇ ਖਰੜੇ ਨਾਲ ਇਸ ਵਿੱਚ ਸ਼ਾਮਲ ਕੀਤੇ ਕੁਝ ਵਿਪਰਵਾਦੀ ਅੰਸ਼ਾਂ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉੱਤੇ ਭਰਵਾਂ ਸਿੱਖੀ ਮਾਰੂਵਾਰ ਕੀਤਾ ਜਾ ਚੁੱਕਾ ਹੈ। ਇੱਕ ਛੋਟੀ ਜਿਹੀ ਪੁਸਤਕ ਬਣਾਉਣ ਲਈ, ਖਰੜਾ ਬਣਾਉਣ ਲਈ
ਜਿਸ ਦੀ ਅਗਵਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ, ਸਿੱਖਾਂ ਨੇ ਇਸ ਉੱਪਰ 14 ਸਾਲ ਖਰਚ ਕੀਤੇ। ਇਸ ਤੋਂ ਸਪਸ਼ਟ ਹੈ ਕਿ ਸਨਾਤਨਵਾਦੀ ਸ਼ਕਤੀਆਂ ਜਿਵੇਂ RSS, ਇਹਨਾਂ ਸ਼ਕਤੀਆਂ ਨੇ ਆਪਣਾ ਪ੍ਰਭਾਵ ਪਾ ਕੇ ਇੰਨੇ ਲੰਬੇ ਸਮੇਂ ਵਿੱਚ ਇਸ ਖਰੜੇ ਨੂੰ ਗੁਰਮਤਿ ਅਨੁਸਾਰ ਨਹੀਂ ਰਹਿਣ ਦਿੱਤਾ। ਇਸ ਵਿੱਚ ਉਹਨਾਂ ਨੇ ਵਿਪਰਵਾਦੀ ਅੰਸ਼ਾਂ ਨੂੰ ਸ਼ਾਮਲ ਕਰਵਾ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਦਾ ਇੱਥੋਂ ਹੀ ਮੁੱਢ ਵੱਜਾ ਹੈ। ਭਾਵ ਇਸ ਖਰੜੇ ਤੋਂ, ਸਿੱਖ ਰਹਿਤ ਮਰਜ਼ਾਦਾ ਦੇ ਖਰੜੇ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਦਾ ਮੁੱਢ ਵੱਜਾ ਹੈ। ਇੱਥੋਂ ਹੀ ਇਹ ਮੁੱਢ ਵੱਜਾ ਹੈ ਕਿ ਸਿੱਖਾਂ ਦਾ ਸ਼ਬਦ ਗੁਰੂ ਅਧੂਰਾ ਹੈ। ਇਸ ਅਧੂਰੇਪਨ ਦੇ ਪ੍ਰਚਾਰ ਵਿੱਚੋਂ ਹੀ ਵਿਚਿੱਤਰ ਨਾਟਕ ਨੇ ਜਨਮ ਲਿਆ, ਜਿਸ ਨੂੰ ਅੱਜ ਕੱਲ੍ਹ ਦਸ਼ਮ ਗ੍ਰੰਥ ਕਿਹਾ ਜਾਂਦਾ ਹੈ। ਅਤੇ ਇਹ ਜਿਸ ਵਿਚਿੱਤਰ ਨਾਟਕ ਨਾਲ ਸਿੱਖਾਂ ਲਈ ਅਤੀ ਧਾਰਮਿਕ ਅਤੇ ਜਥੇਬੰਦਕ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ। ਇੱਥੋਂ ਤੱਕ ਕਿ ਗੁਰਮਤਿ ਅਤੇ ਵਿਪਰਵਾਦ ਜਾਂ ਸਨਾਤਨਵਾਦ ਵਿੱਚ ਬਹੁਤੀਆਂ ਰਹੁ ਰੀਤਾਂ ਸੰਬੰਧੀ ਕੋਈ ਭੇਦ ਨਹੀਂ ਰਹਿ ਗਿਆ ਜਾਪਦਾ। ਕਿਵੇਂ? ਇਸ ਗੱਲ ਨੂੰ ਸੁਹਿਰਦਤਾ ਨਾਲ ਵਿਚਾਰਨ ਦੀ ਲੋੜ ਹੈ। ਆਓ ਵੇਖਦੇ ਹਾਂ ਇਸ ਸਿੱਖ ਰਹਿਤ ਮਰਜ਼ਾਦਾ ਦੇ ਖਰੜੇ ਨੇ ਵਿਪਰਵਾਦ ਦਾ ਮੁੱਢ ਬਣ ਕੇ ਕਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਨਿਰਾਦਰੀ ਕਰਨੀ ਸ਼ੁਰੂ ਕੀਤੀ, ਜਿਸ ਨੂੰ ਅੱਜ ਸਿੱਖ ਅਪਣਾ ਚੁੱਕੇ ਹਨ। ਦੇਵੀ ਦੇਵਤਿਆਂ ਦੀ ਪੂਜਾ। ਸਿੱਖ ਕਿਸੇ ਦੇਵੀ ਦੇਵਤੇ ਦਾ ਪੁਜਾਰੀ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਦੇਵੀ ਜਾਂ ਦੇਵਤੇ ਨੂੰ ਧਿਆਇਆ ਨਹੀਂ ਜਾ ਸਕਦਾ। ਇਹ ਗੁਰਮਤਿ ਦਾ ਸਿਧਾਂਤ ਹੈ। ਗੁਰਬਾਣੀ ਅਗਿਆਨਤਾ ਵਾਲੀਆਂ ਅੱਖਾਂ ਖੋਲ੍ਹਦੀ ਹੈ ਤੇ ਗਿਆਨ ਦਾ ਸੁਰਮਾ ਦਿੰਦੀ ਇਹ ਗੱਲ ਬਖਸ਼ਦੀ ਹੈ, ਕਿਹੜੀ? ਗੌਂਡ ਰਾਗ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 874 ਵਿੱਚ ਅੰਕਿਤ ਹੈ। ਗੌਂਡ ਭੈਰੋਂ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ। ਖਰ ਖੋਤੇ ਨੂੰ ਕਿਹਾ ਜਾਂਦਾ ਹੈ। ਖੋਤੇ ਦੀ ਸਵਾਰੀ ਮਿਲਦੀ ਹੈ। ਭੈਰੋਂ ਭੂਤ ਸ਼ੀਤਲਾ ਧਾਵੈ, ਇਹਨਾਂ ਦੀ ਪੂਜਾ ਨਾਲ। ਹਾਂ ਤਾਂ ਏਕ ਰਮਈਆ ਲੈ ਹੋਂ, ਆਨ ਦੇਵ ਬਦਲਾਵਨੀ ਦੈ ਹੋਂ। ਮੈਂ ਕੇਵਲ ਇੱਕ ਈਸ਼ਵਰ ਨੂੰ, ਰਮਈਏ ਨੂੰ ਹੀ ਆਪਣੇ ਅੰਦਰ ਰੱਖਾਂਗਾ। ਇਸ ਨਾਲ ਹੀ ਆਪਣਾ ਚਿੱਤ ਜੋੜਾਂਗਾ, ਇਸ ਨੂੰ ਹੀ ਯਾਦ ਕਰਾਂਗਾ। ਬਾਕੀ ਕਿਸੇ ਦੇਵੀ ਦੇਵਤੇ ਵੱਲ ਧਿਆਨ ਨਹੀਂ ਰੱਖੂੰਗਾ। ਬਦਲੇ ਵਿੱਚ ਮੈਂ ਉਹਨਾਂ ਸਭ ਨੂੰ ਦੇ ਦੂੰਗਾ। ਰਹਾਓ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡੌਰੂ ਟਮਕਾਵੈ। ਅਰਥ ਬੜੇ ਸਪਸ਼ਟ ਹਨ। ਮਹਾਮਾਈ ਕੀ ਪੂਜਾ ਕਰੈ, ਨਰ ਸੈ ਨਾਰੀ ਹੋਈ ਅਵਤਰੈ। ਮਹਾਮਾਈ ਭਗਵਤੀ, ਸ਼ਿਵਾ, ਦੁਰਗਾ, ਪਾਰਵਤੀ, ਭਵਾਨੀ, ਕਾਲਕਾ, ਇਹ ਵੱਖ-ਵੱਖ ਨਾਂ ਹਨ ਇੱਕੋ ਹੀ ਹਸਤੀ ਦੇ। ਇਹ ਮਹਾਮਾਈ ਵੀ ਉਸ ਦਾ ਨਾਂ ਹੈ। ਜਗ ਮਾਤਾ, ਜਗ ਮਾਈ, ਇਹ ਉਸੇ ਪਾਰਵਤੀ ਦੇ ਨਾਂ ਹਨ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਜਿਹੜਾ ਵੀ ਮਹਾਮਾਈ ਦੀ ਪੂਜਾ ਕਰਦਾ ਹੈ, ਜਿਵੇਂ ਸਿੱਖ ਅਰਦਾਸ ਵਿੱਚ ਕਰਦੇ ਹਨ, ਪ੍ਰਥਮ ਭਗਵਤੀ ਸਿਮਰ ਕੇ, ਇਹ ਮਹਾਮਾਈ ਦੀ ਪੂਜਾ ਹੈ। ਇਹ ਦੁਰਗਾ ਦੀ ਪੂਜਾ ਹੈ। ਇਹ ਭਗਵਤੀ ਦੀ ਪੂਜਾ ਹੈ। ਇਹ ਸ਼ਿਵਾ ਦੀ ਪੂਜਾ ਹੈ। ਸ਼ਿਵਾ ਵੀ ਭਗਵਤੀ ਦਾ ਨਾਂ ਹੈ, ਦੁਰਗਾ ਦਾ ਨਾਂ ਹੈ। ਤੇ ਗੁਰਬਾਣੀ ਕਹਿੰਦੀ ਹੈ, ਨਰ ਸੈ ਨਾਰੀ ਹੋਏ ਅਵਤਰੈ। ਉਸ ਨੂੰ ਜਨਮ ਕਿਸ ਤਰ੍ਹਾਂ ਮਿਲਦਾ ਹੈ? ਨਰ ਸੈ ਨਾਰੀ, ਮਨੁੱਖ ਤੋਂ ਔਰਤ ਦਾ, ਇਸਤਰੀ ਦਾ ਅਵਤਰੈ, ਜਨਮ ਮਿਲਦਾ ਹੈ। ਤੂੰ ਕਹੀਤ ਹੀ ਆਦਿ ਭਵਾਨੀ। ਸੋ ਗੁਰਬਾਣੀ ਕਹਿੰਦੀ ਹੈ, ਤੈਨੂੰ ਲੋਕ ਕਹਿੰਦੇ ਸਨ ਤੂੰ ਆਦਿ ਭਵਾਨੀ ਹੈ। ਮੁਕਤੀ ਕੀ ਬਰੀਆ ਕਹਾਂ ਛਪਾਨੀ। ਮੁਕਤੀ ਦੇਣ ਦਾ ਸਮਾਂ ਆਇਆ ਆਪਣੇ ਸੇਵਕਾਂ ਨੂੰ, ਕਿੱਥੇ ਪਹਾੜਾਂ ਤੇ ਜਾ ਕੇ ਲੁਕ ਗਈ। ਗੁਰਮਤਿ ਰਾਮ ਨਾਮ ਗਹੋ ਮੀਤਾ। ਗਹੋ ਤੋਂ ਭਾਵੇਂ ਪਕੜੋ, ਫੜੋ, ਯਾਦ ਰੱਖੋ, ਮਨ ਵਿੱਚ ਦ੍ਰਿੜ ਕਰੋ ਗੁਰਮਤਿ ਨੂੰ। ਗੁਰਮਤਿ ਰਾਮ ਨਾਮ, ਗੁਰੂ ਦੀ ਮਤ ਦੁਆਰਾ ਪ੍ਰਭੂ ਅਕਾਲ ਪੁਰਖ ਦਾ ਨਾਮ ਜਿਹੜਾ ਹੈ, ਸਤ ਨਾਮ ਹੈ,
ਉਸ ਨੂੰ ਹੀ ਪਕੜੋ। ਪ੍ਰਣਵੈ ਨਾਮਾ ਇਉਂ ਕਹੇ ਗੀਤਾ, ਇਸ ਤਰ੍ਹਾਂ ਗੀਤ ਆਖਦਾ ਹੈ। ਇਸ ਤਰ੍ਹਾਂ ਰੱਬ ਦੀ ਬੰਦਗੀ ਦੇ ਸਿਫਤ ਸਲਾਹ ਦੇ ਗੀਤ ਆਖਦਾ ਹੈ ਪ੍ਰਣਵੈ ਨਾਮਾ। ਸੋ ਭਗਤ ਨਾਮਦੇਵ ਜੀ ਦੀ ਰਚਨਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਸ ਤੋਂ ਸੁਚੇਤ ਕੀਤਾ ਗਿਆ ਹੈ ਕਿ ਦੇਵੀ ਦੇਵਤਿਆਂ ਦੀ ਪੂਜਾ ਕਿਸੇ ਤਰ੍ਹਾਂ ਵੀ ਸਿੱਖ ਵਾਸਤੇ ਸ਼ੋਭਨੀਕ ਨਹੀਂ ਹੈ, ਸ਼ੋਭਾ ਦੇਣ ਵਾਲੀ ਨਹੀਂ ਹੈ। ਫਿਰ ਇਹ ਆਖਣਾ ਕਿ ਪ੍ਰਥਮ ਭਗਉਤੀ ਸਿਮਰਕ ਹੈ, ਇਹ ਚਾਲ ਜਿਹੜੀ ਇਹ ਸਨਾਤਨਵਾਦੀਆਂ ਜਾਂ ਵਿਪਰਵਾਦੀ ਸ਼ਕਤੀਆਂ ਵੱਲੋਂ ਇਹ ਚੱਲੀ ਗਈ ਸੀ ਤੇ ਉਹ ਇਸ ਨੂੰ ਚੱਲਣ ਵਿੱਚ ਕਾਮਯਾਬ ਹੋ ਗਏ। ਇਹ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਦਾ ਇੱਕ ਰੂਪ ਹੈ, ਜਿਹੜੀ ਹਰ ਗੁਰਦੁਆਰੇ ਵਿੱਚ ਇਸ ਅਰਦਾਸ ਦੁਆਰਾ ਕੀਤੀ ਜਾ ਰਹੀ ਹੈ। ਕੁਝ ਇੱਕ ਗੁਰੂ ਦੁਆਰੇ ਹਨ ਜਿਨ੍ਹਾਂ ਨੇ ਇਸ ਨੂੰ ਬਦਲਿਆ ਹੈ। ਪ੍ਰਥਮ ਭਗਉਤੀ ਵਾਲੀ ਜੋ ਪੌੜੀ ਹੈ ਦੁਰਗਾ ਦੀ ਵਾਰ ਦੀ, ਇਸ ਨੂੰ ਬਾਹਰ ਕੱਢਿਆ ਹੈ ਅਰਦਾਸ ਵਿੱਚੋਂ। ਉਹਨਾਂ ਨੇ ਨਰਾਦਰੀ ਬੰਦ ਕਰ ਦਿੱਤੀ ਹੈ, ਪਰ ਫਿਰ ਵੀ ਅਜੇ ਇਹ ਨਰਾਦਰੀ ਕੀਤੀ ਜਾ ਰਹੀ ਹੈ ਸ਼ਬਦ ਗੁਰੂ ਦੀ ਪ੍ਰਥਮ ਭਗਉਤੀ ਆਖ ਕੇ। ਸੋ ਨਾ ਗੁਰੂ ਨਾਨਕ ਨੂੰ ਪਹਿਲਾਂ ਆਖਣਾ ਹੈ, ਨਾ ਅਕਾਲ ਪੁਰਖ ਨੂੰ ਆਖਣਾ ਹੈ, ਤੇ ਸਿੱਖ ਨੂੰ ਇਹ ਕਹਿ ਦਿੱਤਾ ਗਿਆ ਤੂੰ ਪਹਿਲਾਂ ਭਗਉਤੀ ਨੂੰ ਚੇਤੇ ਕਰਨਾ ਹੈ, ਦੁਰਗਾ ਨੂੰ ਚੇਤੇ ਕਰਨਾ ਹੈ, ਸ਼ਿਵਾ ਨੂੰ ਚੇਤੇ ਕਰਨਾ ਹੈ, ਪਾਰਵਤੀ ਮਾਈ ਨੂੰ ਚੇਤੇ ਕਰਨਾ ਹੈ, ਫਿਰ ਅੱਗੇ ਤੁਰਨਾ ਹੈ। ਇਹ ਸਿੱਖਾਂ ਦੇ ਗਲ ਵਿੱਚ ਜੋ ਇਹ ਗੱਲ ਪਾ ਦਿੱਤੀ ਗਈ ਹੈ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਾਂ ਦੁਆਰਾ ਕਰਵਾਈ ਜਾ ਰਹੀ ਨਿਰਾਦਰੀ ਦਾ ਇੱਕ ਰੂਪ ਹੈ, ਬਹੁਤ ਭਾਰਾ ਰੂਪ ਹੈ, ਭਾਰੀ ਚੋਟ ਹੈ ਸਿੱਖ ਧਰਮ ਉੱਪਰ। ਸਤਿਗੁਰੂ ਦਾ ਫਰਮਾਨ ਹੈ, ਦੇਵੀਆਂ ਨਹੀਂ ਜਾਣੈ ਮਰਮ ਸਭ ਉਪਰੀ ਅਲਖ ਪਾਰ ਬ੍ਰਹਮ। ਦੇਵੀਆਂ ਨੂੰ ਕੱਖ ਨਹੀਂ ਪਤਾ ਰੱਬ ਦਾ ਭੇਦ ਕੀ ਹੈ, ਮਰਮ ਤੋਂ ਭਾਵ ਹੈ ਭੇਦ। ਸਾਰਿਆਂ ਦੇ ਉੱਪਰ ਅਲਖ ਪਾਰ ਬ੍ਰਹਮ ਪਰਮੇਸ਼ਰ ਦਾ ਕੁੰਡਾ ਹੈ। ਇਹ ਪੰਕਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 894 ਉੱਪਰ ਦਰਜ ਹੈ। ਇਸ ਸਿਧਾਂਤ ਦੇ ਉਲਟ ਖਰੜੇ ਵਿੱਚ ਸਿੱਖੀ ਅਰਦਾਸ ਵਿੱਚ ਮਾਤਾ ਪਾਰਵਤੀ ਦੇ ਪਾਠ ਵਾਲੀ ਇੱਕ ਪੌੜੀ ਵਾਰ ਦੁਰਗਾ ਕੇ ਵਿੱਚੋਂ ਪਾਈ ਗਈ। ਪਾਰਵਤੀ ਮਾਈ ਦੇ ਹੋਰ ਕਈ ਨਾਂ ਹਨ, ਜਿਵੇਂ ਭਗਉਤੀ, ਦੁਰਗਾ, ਭਵਾਨੀ, ਕਾਲਕਾ, ਗ੍ਰਿਜਾ, ਸ਼ਿਵਾ, ਜਗ ਮਾਈ, ਜਗ ਮਾਤਾ ਆਦਿਕ। ਪੰਥ ਦੋਖੀ ਸਨਾਤਨਵਾਦੀ ਸ਼ਕਤੀਆਂ ਨੇ ਵਾਰ ਦੁਰਗਾ ਕੀ ਵਾਲਾ ਜੋ ਸਿਰਲੇਖ ਸੀ, ਇਸ ਨੂੰ ਬਦਲ ਕੇ ਪਹਿਲਾਂ ਚੰਡੀ ਦੀ ਵਾਰ ਤੇ ਫਿਰ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਲਿਖ ਦਿੱਤਾ। ਇਹ ਜੋ ਸਿਰਲੇਖ ਸਨ ਬਦਲੇ ਚੰਡੀ ਦੀ ਵਾਰ ਤੇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ, ਇਹ ਵਾਰ ਦੁਰਗਾ ਕੀ ਦੇ ਸਿਰਲੇਖ ਨਹੀਂ ਸਨ। ਪੁਰਾਤਨ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਰਚਨਾਵਾਂ ਮਿਲਦੀਆਂ ਹਨ, ਉਹਨਾਂ ਰਚਨਾਵਾਂ ਦੇ ਸਿਰਲੇਖ ਵਿੱਚ ਵਾਰ ਦੁਰਗਾ ਕੀ ਹੈ। ਜਿੰਨੇ ਤਤਕਰੇ ਪੋਥੀਆਂ ਦੇ ਮਿਲਦੇ ਹਨ, ਉਹਨਾਂ ਪੋਥੀਆਂ ਦੇ ਵਿੱਚ ਵੀ ਇਹ ਸਿਰਲੇਖ ਵਾਰ ਦੁਰਗਾ ਕੀ ਹੈ। ਇਸ ਨੂੰ ਬਦਲਿਆ ਕਿਹਨਾਂ ਨੇ ਹੈ? ਵਿਪਰਵਾਦੀ ਸ਼ਕਤੀਆਂ ਨੇ। ਪੰਥ ਨੂੰ ਵਿਪਰਵਾਦ ਵਿੱਚ ਰਲਗੱਡ ਕਰਨ ਵਾਲੀਆਂ ਸ਼ਕਤੀਆਂ ਨੇ ਇਸ ਨੂੰ ਬਦਲ ਕੇ ਸਿੱਖਾਂ ਦੇ ਗਲ ਮੜ ਦਿੱਤਾ ਹੈ। ਬੁੱਧੂ ਸਿੱਖਾਂ ਨੂੰ ਇਸ ਕਰਕੇ ਬਣਾਇਆ ਗਿਆ ਕਿ ਨਾਲ ਪਾਤਸ਼ਾਹੀ 10ਵੀਂ ਲਿਖ ਦਿੱਤਾ ਹੈ, ਤਾਂ ਜੋ ਸਿੱਖ ਜਿਹੜੇ ਆਸਾਨੀ ਨਾਲ ਬੁੱਧੂ ਬਣ ਸਕਣ ਤੇ ਉਹ ਆਪਣਾ ਉੱਲੂ ਸਿੱਧਾ ਕਰ ਸਕਣ। ਇਸ ਸੰਬੰਧੀ ਡਾਕਟਰ ਰਤਨ ਸਿੰਘ ਜੱਗੀ ਦੀ ਪੁਸਤਕ 10ਮ ਗ੍ਰੰਥ ਦਾ ਕਰਤ੍ਰਿਤਵ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਹ ਖਾਲਸਾ online.net ਉੱਤੇ ਵੀ ਹੈ, ਉੱਥੋਂ ਪੜ੍ਹੀ ਜਾ ਸਕਦੀ ਹੈ। ਤੇ ਪਿੱਛੇ ਜੇ ਖਾਲਸਾ ਨਿਊਜ਼ ਆਨਲਾਈਨ ਵਾਲੇ ਨੇ ਵੀ ਇਹ ਪੁਸਤਕ ਜਿਹੜੀ ਛਾਪੀ ਸੀ। ਪੰਥ ਦੋਖੀਆਂ ਨੇ ਸਿੱਖ ਵਿਦਵਾਨਾਂ ਨੂੰ ਬੁੱਕਲ ਵਿੱਚ ਲੈ ਕੇ ਉਹਨਾਂ ਤੋਂ ਭਗਉਤੀ ਦੇ ਅਰਥ ਅਕਾਲ ਪੁਰਖ ਪ੍ਰਚਲਿਤ ਕਰਵਾ ਦਿੱਤੇ। ਜਿੱਦੋਂ ਕਿ ਦੁਰਗਾ ਕੀ ਵਾਰ ਦੀ 55ਵੀਂ ਪੌੜੀ ਮੂੰਹ ਪਾੜ ਕੇ ਖੁਦ ਹੀ ਭਗਉਤੀ ਦੇ ਅਰਥ ਦੱਸਦੀ ਕਹਿ ਰਹੀ ਹੈ ਕਿ ਵਾਰ ਦੁਰਗਾ ਕੀ ਦੀਆਂ ਸਾਰੀਆਂ ਪੌੜੀਆਂ ਵਿੱਚ ਹੀ ਦੁਰਗਾ ਦੇਵੀ ਦੀ ਸਿਫਤ ਦਾ ਪਾਠ ਹੈ। ਜਿਵੇਂ ਦੁਰਗਾ ਕੀ ਵਾਰ ਦੀ 55ਵੀਂ ਪੌੜੀ ਇਸ ਤਰ੍ਹਾਂ ਕਹਿ ਰਹੀ ਹੈ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਇਹ ਇਸ ਵਾਰ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਦੁਰਗਾ ਕੀ ਵਾਰ ਦੀਆਂ 55 ਪੌੜੀਆਂ ਦੁਰਗਾ ਦਾ ਪਾਠ ਹੈ, ਅਕਾਲ ਪੁਰਖ ਦਾ ਪਾਠ ਨਹੀਂ ਹੈ। ਇਸ ਲਈ ਇਸ ਦੁਰਗਾ ਦੀ ਵਾਰ ਦਾ ਨਾਮ ਭਗਉਤੀ ਪਾਤਸ਼ਾਹੀ 10ਵੀਂ ਲਿਖ ਕੇ ਸਿੱਖਾਂ ਨੂੰ ਬੁੱਧੂ ਬਣਾਇਆ ਗਿਆ ਹੈ ਕਿ ਇਹ ਕਿਸੇ ਹੋਰ ਸ਼ਕਤੀ ਦਾ ਪਾਠ ਹੈ। ਸਾਰੀ ਵਾਰ ਵਿੱਚ ਦੁਰਗਾ ਦੀ ਕਹਾਣੀ ਹੈ। ਦੁਰਗਾ ਮਾਈ ਜਿਹੜੀ ਹੈ ਇਹ ਦੈਂਤਾਂ ਨਾਲ ਲੜਦੀ ਹੈ। ਦੈਂਤਾਂ ਨਾਲ ਕਿਉਂ ਲੜਦੀ ਹੈ? ਕਿਉਂਕਿ ਦੇਵਤਿਆਂ ਨੇ ਪੁਕਾਰ ਕੀਤੀ ਸੀ ਮਾਈ ਪਾਰਵਤੀ ਅੱਗੇ ਕਿ ਸਾਡਾ ਰਾਜ ਖੋਹ ਲਿਆ ਹੈ ਦੈਂਤਾਂ ਨੇ, ਸਾਡੀ ਮਦਦ ਕਰੋ। ਤਾਂ ਪਾਰਵਤੀ ਕੈਲਾਸ਼ ਪਰਬਤ ਤੋਂ ਉਤਰ ਕੇ ਆਈ ਤਾਂ ਇਹਨਾਂ ਰੋਂਦੇ ਕੁਰਲਾਉਂਦੇ ਦੇਵਤਿਆਂ ਨੂੰ ਕਿਹਾ ਕਿ ਫਿਕਰ ਨਾ ਕਰੋ, ਮੈਂ ਤੁਹਾਡਾ ਰਾਜ ਤੁਹਾਨੂੰ ਵਾਪਸ ਦਿਵਾਉਂਗੀ। ਸੋ ਇਸ ਦੁਰਗਾ ਕੀ ਵਾਰ ਵਿੱਚ ਕੇਵਲ ਤੇ ਕੇਵਲ ਦੁਰਗਾ ਹੀ ਇੱਕ ਨਾਇਕੀ ਹੈ, ਕਹਿ ਸਕਦੇ ਹਾਂ ਨਾਇਕੀ ਇਸ ਦੀ ਜੋ ਮੇਨ ਹੈ। ਹਰ ਇੱਕ ਵਾਰ ਦਾ ਕੋਈ ਨਾ ਕੋਈ ਇੱਕ ਨਾਇਕ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਹਨ ਜਿਨ੍ਹਾਂ ਵਿੱਚ ਨਾਇਕ ਪ੍ਰਭੂ ਪਰਮੇਸ਼ਰ ਹੈ, ਕਿਉਂਕਿ ਉਸ ਦੇ ਗੁਣ ਹੀ ਹਰ ਵਾਰ ਵਿੱਚ ਬਿਆਨ ਕੀਤੇ ਗਏ ਹਨ। ਗੁਰੂ ਪਰਮੇਸ਼ਰ ਦੀ ਸਿਫਤ ਕੀਤੀ ਗਈ ਹੈ। ਇਸ ਦੁਰਗਾ ਕੀ ਵਾਰ ਦੇ ਵਿੱਚ ਕਿਤੇ ਅਕਾਲ ਪੁਰਖ ਦੀ ਸਿਫਤ ਨਹੀਂ। ਹਰ ਪੌੜੀ ਦੁਰਗਾ ਦੀ ਲੜਾਈ ਦਾ, ਦੁਰਗਾ ਦੇ ਦੈਂਤਾਂ ਨਾਲ ਯੁੱਧ ਦਾ ਬਿਆਨ ਕਰ ਰਹੀ ਹੈ। ਇਸ ਕਰਕੇ ਇਹਦਾ ਨਾਂ ਹੀ ਵਾਰ ਦੁਰਗਾ ਕੀ ਸੀ, ਜਿਸ ਨੂੰ ਸਿੱਖਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਵਾਰ ਸ਼੍ਰੀ ਭਗਉਤੀ ਕੀ ਪਾਤਸ਼ਾਹ 10ਵੀਂ ਲਿਖ ਦਿੱਤਾ ਤੇ ਸਿੱਖਾਂ ਨੇ ਅੱਖਾਂ ਮੀਟ ਕੇ ਇਸ ਨੂੰ ਅਪਣਾ ਲਿਆ। ਸੋ ਸਪਸ਼ਟ ਹੈ ਕਿ ਜਿਸ ਨੇ ਇਹ ਵਾਰ ਦੁਰਗਾ ਕੀ ਵਾਰ ਦਾ ਪਾਠ ਸਾਰਾ ਆਪ ਨਹੀਂ ਪੜ੍ਹਿਆ, 55 ਪੌੜੀਆਂ, ਉਹ ਅਜੇ ਵੀ ਹਨੇਰੇ ਵਿੱਚ ਹੈ, ਅਜੇ ਵੀ ਉਹ ਧੋਖੇ ਵਿੱਚ ਹੈ, ਅਜੇ ਵੀ ਉਹ ਗੁਰੂ ਦੀ ਨਰਾਦਰੀ ਹੀ ਕਰ ਰਿਹਾ ਹੈ। ਤੋ ਜਿਸ ਨੇ ਇਹ ਨਹੀਂ ਪੜ੍ਹੀ ਵਾਰ ਦੁਰਗਾ ਕੀ, ਉਸ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਉਹ ਜੋ ਭਗਉਤੀ ਪ੍ਰਥਮ ਭਗਉਤੀ ਵਾਲੀ ਪੌੜੀ ਪੜ੍ਹ ਰਿਹਾ ਹੈ ਉਹ ਦੁਰਗਾ ਕੀ ਵਾਰ ਦੀ ਹੀ ਪੌੜੀ ਹੈ, ਦੁਰਗਾ ਦਾ ਹੀ ਪਾਠ ਹੈ। ਇਸ ਨੂੰ ਛੱਡਣਾ ਪਏਗਾ। ਸੋ ਇਹ ਨਰਾਦਰੀ ਜਿਹੜੀ ਹੈ ਇਹ ਰੋਜ਼ਾਨਾ ਕੀਤੀ ਜਾ ਰਹੀ ਹੈ। ਇਸ ਵੱਲ ਵੀ ਸਿੱਖ ਕੌਮ ਦਾ ਧਿਆਨ ਹੋਣਾ ਚਾਹੀਦਾ ਜਿਵੇਂ ਅੱਜ ਹੋਇਆ ਹੈ। ਅਫਸੋਸ ਇਸ ਗੱਲ ਦਾ ਹੈ ਕਿ ਸੰਗਤ ਟੀਵੀ ਵਰਗੇ ਸਿੱਖ ਚੈਨਲਾਂ ਉੱਤੇ ਵੀ ਪੜ੍ਹੇ ਲਿਖੇ ਸਿੱਖ ਵਿਦਵਾਨ ਡਾਕਟਰ ਇਸ ਭਗਉਤੀ ਵਾਲੀ ਦੁਰਗਾ ਕੀ ਵਾਰ ਦੀ ਪਹਿਲੀ ਪੌੜੀ ਨੂੰ ਅਜੇ ਵੀ 10ਵੇਂ ਪਾਤਸ਼ਾਹ ਜੀ ਨਾਲ ਜੋੜ ਕੇ ਇਸ ਨੂੰ ਬਾਣੀ ਹੀ ਦੱਸ ਰਹੇ ਹਨ ਕਿ ਉਹਨਾਂ ਦੀ ਰਚਨਾ ਹੈ ਤੇ ਭਗਉਤੀ ਦੇ ਅਰਥ ਤੋਂ ਖੁਦ ਉਹ ਅਣਜਾਣ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਇਹ ਅਰਦਾਸ ਗੁਰੂ ਕਾਲ ਤੋਂ ਹੀ ਚੱਲੀ ਆਉਂਦੀ ਹੈ, ਜਦੋਂ ਕਿ ਇਹ ਨਿਰਾ ਝੂਠ ਹੈ। ਇਹ ਅਰਦਾਸ ਸ਼੍ਰੋਮਣੀ ਕਮੇਟੀ ਨੇ ਸਨ 1931 ਵਿੱਚ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਪਾਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਦੀਆਂ 400 ਤੋਂ ਉੱਪਰ ਪੌੜੀਆਂ ਛੱਡ ਕੇ ਵਾਰ ਦੁਰਗਾ ਕੀ ਦੀ ਪੌੜੀ ਅਰਦਾਸ ਵਿੱਚ ਚੋਣ ਕਰਨ ਵਾਲਿਆਂ ਨੇ ਸ਼ਬਦ ਗੁਰੂ ਦੀ ਨਰਾਦਰੀ ਦਾ ਮੁੱਢ ਬੰਨਿਆ। ਸੋ ਇਹ ਚੋਣ ਕਰਕੇ ਵਾਰ ਦੁਰਗਾ ਕੀ ਦੀ ਪੌੜੀ ਜਿਹੜੀ ਹੈ ਪਹਿਲੀ, ਇਹਦੀ ਚੋਣ ਕਰਕੇ ਸਿੱਖ ਰਹਿਤ ਮਰਿਆਦਾ ਦਾ ਖਰੜਾ ਬਣਾਉਣ ਵਾਲਿਆਂ ਨੇ ਗੁਰੂ ਜੀ ਦੀ ਨਰਾਦਰੀ ਦਾ ਮੁੱਢ ਉੱਥੋਂ ਬੰਨਿਆ। ਮਤਾ ਸਮਝੋ ਕਿ ਸਿੱਖ ਕੌਮ ਦੇ ਵੱਡੇ ਧਰਮ ਸਥਾਨਾਂ ਤੋਂ ਇਹ ਅਰਦਾਸ ਜੋ ਹੋ ਰਹੀ ਹੈ ਠੀਕ ਹੀ ਹੋ ਰਹੀ ਹੈ। ਇਹ ਸੋਚਣਾ ਹੁਣ ਛੱਡ ਦੇਣਾ ਚਾਹੀਦਾ ਹੈ। ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸ਼੍ਰੋਮਣੀ ਕਮੇਟੀ ਕਿੱਥੇ ਖੜੀ ਹੈ, ਜਿਸ ਨੇ ਇਹ ਸਿੱਖ ਰਹਿਤ ਮਰਿਆਦਾ ਖਰੜਾ ਤਿਆਰ ਕਰਵਾਇਆ ਸੀ। ਇਹ ਉਸੇ ਸ਼੍ਰੋਮਣੀ ਕਮੇਟੀ ਦਾ ਅੱਜ ਕੀ ਹਸ਼ਰ ਹੋ ਰਿਹਾ ਹੈ। ਇਸ ਦਾ ਹੱਲ ਸਿੱਖ ਕੌਮ ਨੂੰ ਖੁਦ ਲੱਭਣਾ ਪਵੇਗਾ, ਜਿਵੇਂ ਹੁਣ ਲੱਭ ਰਹੀ ਹੈ। ਇਹ ਸ਼੍ਰੋਮਣੀ ਕਮੇਟੀ ਤਾਂ ਸਨ 1999 ਵਿੱਚ ਸਿੱਖੋਂ ਕਾ ਇਤਿਹਾਸ ਨਾਮ ਦੀ ਸਿੱਖ ਗੁਰੂ ਪਾਤਸ਼ਾਹਾਂ ਦਾ ਘੋਰ ਨਰਾਦਰ ਕਰਦੀ ਕਿਤਾਬ RSS ਦੇ ਇਸ਼ਾਰੇ ਉੱਤੇ ਲਿਖ ਕੇ ਪਹਿਲਾਂ ਹੀ ਕਟਹਿਰੇ ਵਿੱਚ ਖੜੀ ਕੀਤੀ ਜਾ ਚੁੱਕੀ ਹੈ।
ਤੇ ਫਿਰ ਵੀ ਆਪਣੇ ਆਪ ਨੂੰ ਪਾਕ ਤੇ ਸਾਫ਼ ਦੱਸਦੀ ਹੈ। ਇਹ ਗੱਲ ਮਨਾਂ ਵਿੱਚੋਂ ਬਾਹਰ ਕੱਢ ਦਿਓ ਕਿ ਪਹਿਲਾਂ ਦਰਬਾਰ ਸਾਹਿਬ ਤੋਂ ਅਰਦਾਸ ਬਦਲੇ ਤੇ ਫਿਰ ਹੋਰ ਬਦਲਣਗੇ। ਇਹ ਤਾਂ ਇਹੋ ਇਸ ਤਰ੍ਹਾਂ ਸੋਚਣਾ ਹੈ ਜਿਵੇਂ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਇਹ ਨਹੀਂ ਹੋ ਸਕਦਾ। ਇਹ ਸਿੱਖਾਂ ਨੇ ਜਿਵੇਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਸਮੇਂ ਸਟੈਂਡ ਲਿਆ ਹੈ, ਇਕੱਠੇ ਹੋਏ ਹਨ ਨਰਾਦਰੀ ਦਾ ਵਿਰੋਧ ਕਰਨ ਲਈ, ਇਹ ਵੀ ਜੋ ਅਰਦਾਸ ਹੈ ਜਿਸ ਨੂੰ RSS ਆਦਿਕ ਜੋ ਵਿਪਰਵਾਦੀ ਜਥੇਬੰਦੀਆਂ ਹਨ ਵੱਲੋਂ ਹਾਈਜੈਕ ਕੀਤਾ ਗਿਆ ਹੈ, ਇਸ ਅਰਦਾਸ ਨੂੰ ਆਜ਼ਾਦ ਕਰਾਉਣ ਦੀ ਲੋੜ ਹੈ ਭਗੌਤੀ ਤੋਂ। ਫਿਰ ਸਮਝਾਂਗੇ ਕਿ ਸਿੱਖ ਵਾਕਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਨਹੀਂ ਸਹਾਰਦੇ। ਅਗਲਾ ਜੋ ਕੰਮ ਕੀਤਾ ਸਿੱਖ ਰਹਿਤ ਮਰਿਆਦਾ ਦੇ ਖਰੜੇ ਨੇ ਨਰਾਦਰੀ ਵਾਲਾ, ਇਹ ਹੈ ਕੱਚੀਆਂ ਕਾਵਿ ਰਚਨਾਵਾਂ ਦਾ ਨਿਤਨੇਮ ਵਿੱਚ ਸ਼ਾਮਲ ਕਰਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਝ ਕੱਚੀਆਂ ਕਾਵਿ ਰਚਨਾਵਾਂ ਦਾ ਗੁਰਬਾਣੀ ਦੇ ਬਰਾਬਰ ਸਮਝ ਕੇ ਨਿਤਨੇਮ ਕੀਤੇ ਜਾਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੈ। ਇਸ ਨਰਾਦਰੀ ਨੂੰ ਵੀ ਸਮਝਣ ਦੀ ਲੋੜ ਹੈ ਜਿਹੜੀ ਕਿ ਹਰ ਸਿੱਖ ਤੋਂ ਕਰਵਾਈ ਜਾ ਰਹੀ ਹੈ। ਸਿੱਖ ਲਕੀਰ ਦੇ ਫਕੀਰ ਹੋ ਕੇ ਭੇਡ ਚਾਲ ਵਾਂਗੂ ਇਸ ਨਰਾਦਰੀ ਨੂੰ ਕਰਦੇ ਤੁਰੇ ਆ ਰਹੇ ਹਨ ਤੇ ਕਦੀ ਸੋਚ ਵਿਚਾਰ ਨਹੀਂ ਕੀਤੀ ਕਿ ਅਸੀਂ ਖੁਦ ਹੀ ਇਹ ਨਰਾਦਰੀ ਕਰਨ ਦੇ ਭਾਗੀ ਹਾਂ। ਇਹ ਰਚਨਾਵਾਂ ਵੀ ਸਨਾਤਨਵਾਦੀ ਪੰਥ ਦੋਖੀਆਂ ਦੀ ਸ਼ਹਿ ਤੇ ਹੀ ਨਿਤਨੇਮ ਵਿੱਚ ਵਾਧੂ ਜੋੜੀਆਂ ਗਈਆਂ ਹਨ। ਕਿ ਗੁਰੂ ਜੀ ਦੇ ਸਿੱਖ ਗੁਰੂ ਸ਼ਬਦ ਦੀ ਹੋ ਰਹੀ ਇਸ ਨਰਾਦਰੀ ਨੂੰ ਰੋਕਣ ਲਈ ਵੀ ਤਤਪਰ ਹੋਣਗੇ? ਗੁਰੂ ਦਾ ਸਿਧਾਂਤ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਸੋ ਇਹ ਜੋ ਸਤਿਗੁਰੂ ਜੀ ਦੇ ਫਰਮਾਨ ਹਨ, ਇਹਨਾਂ ਮੁਤਾਬਕ ਇਹ ਜੋ ਕੱਚੀਆਂ ਰਚਨਾਵਾਂ ਵਾਲਾ ਨਿਤਨੇਮ ਪੜ੍ਹਨ ਵਾਲਾ ਉਹ ਵੀ ਕੱਚਾ ਹੈ। ਇਹ ਨਿਤਨੇਮ ਸੁਣਨ ਵਾਲੇ ਉਹਨਾਂ ਦੇ ਮਨ ਵੀ ਕੱਚੇ ਹਨ, ਕਿਉਂਕਿ ਬਾਣੀ ਕਹਿੰਦੀ ਹੈ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਹਿਣ ਵਾਲੇ ਵੀ ਕੱਚੇ, ਸੁਣਨ ਵਾਲੇ ਵੀ ਕੱਚੇ। ਤੇ ਇਹ ਕੱਚਿਆਂ ਦੀਆਂ ਹੀ ਰਚਨਾਵਾਂ ਹਨ। ਕੱਚੀ ਆਖ ਵਖਾਣੀ, ਕੱਚੀਆਂ ਦੀਆਂ ਹੀ ਇਹ ਰਚਨਾਵਾਂ ਹਨ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਣਾਏ ਹੋਏ ਨਿਤਨੇਮ ਨੂੰ ਭੰਗ ਕਰਕੇ ਵਾਧੂ ਜੋੜੀਆਂ ਗਈਆਂ। ਔਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਨਿਰੰਤਰ ਇਹਨਾਂ ਨਾਲ ਹੋ ਰਹੀ ਹੈ। ਸੱਚੀ ਬਾਣੀ ਉਹ ਹੈ ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੀ ਹਜ਼ੂਰੀ ਵਿੱਚ ਦਮਦਮੀ ਬੀੜ ਵਿੱਚ ਭਾਈ ਮਨੀ ਸਿੰਘ ਪਾਸੋਂ ਜੋ ਲਿਖਵਾਈ ਸੀ ਦਰਜ ਕਰਵਾਇਆ। ਸੋ ਪੰਜਵੇਂ ਪਾਤਸ਼ਾਹ ਜੀ ਦੀ ਬਣਾਈ ਬੀੜ ਦਾ ਨਾਂ ਪੋਥੀ ਸਾਹਿਬ ਜਾਂ ਆਦਿ ਬੀੜ ਸੀ। ਇਸ ਨੂੰ ਮੁਕੰਮਲ ਕਰਨ ਲਈ ਸਤਿਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੀ ਬਾਣੀ ਇਸ ਵਿੱਚ ਦਰਜ ਕਰਵਾਈ ਤੇ ਇਸ ਨੂੰ ਮੁਕੰਮਲ ਕੀਤਾ। ਇਸ ਦਾ ਭਾਵ ਹੈ ਕਿ ਕੋਈ ਰਚਨਾ ਉਹਨਾਂ ਨੇ ਬਾਹਰ ਨਹੀਂ ਰੱਖੀ ਜਿਹੜੀ ਗੁਰਬਾਣੀ ਦਾ ਦਰਜਾ ਰੱਖਦੀ ਸੀ। ਪੰਜਵੇਂ ਗੁਰੂ ਜੀ ਨੇ ਆਦਿ ਬੀੜ ਤਿਆਰ ਕਰਨ ਸਮੇਂ ਕੋਈ ਰਚਨਾ ਬੀੜ ਤੋਂ ਬਾਹਰ ਨਹੀਂ ਰਹਿਣ ਦਿੱਤੀ ਜੋ ਤੁਰਕੀ ਬਾਣੀ ਦਾ ਦਰਜਾ ਰੱਖਦੀ ਹੋਵੇ। 10ਵੇਂ ਗੁਰੂ ਜੀ ਨੇ ਵੀ ਕੋਈ ਐਸੀ ਰਚਨਾ ਬੀੜ ਤੋਂ ਬਾਹਰ ਨਹੀਂ ਛੱਡੀ ਜੋ ਤੁਰਕੀ ਬਾਣੀ ਦਾ ਦਰਜਾ ਰੱਖਦੀ ਹੋਵੇ। ਕਿ ਗੁਰੂ ਦੇ ਸਿੱਖ ਗੁਰੂ ਪਾਤਸ਼ਾਹ ਨਾਲੋਂ ਸਿਆਣੇ ਹਨ ਕਿ ਉਹ ਤੁਰਕੀ ਬਾਣੀ ਨੂੰ ਤਿਆਗ ਕੇ ਬੀੜ ਤੋਂ ਬਾਹਰ ਦੀਆਂ ਕੱਚੀਆਂ ਰਚਨਾਵਾਂ ਨੂੰ ਤੁਰਕੀ ਬਾਣੀ ਮੰਨਣ ਲੱਗ ਪਏ। 10ਵੇਂ ਪਾਤਸ਼ਾਹ ਜੀ ਨੇ ਤਾਂ ਇਹ ਪ੍ਰਵਾਨ ਨਹੀਂ ਕੀਤੀਆਂ ਕੱਚੀਆਂ ਰਚਨਾਵਾਂ ਤੇ ਸਿੱਖਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ। ਇਸ ਦਾ ਭਾਵ ਹੈ ਸਿੱਖ ਗੁਰੂ ਨਾਲੋਂ ਵੀ ਸਿਆਣੇ ਹੋ ਗਏ। ਪਰ ਇਹ ਚਾਲਾਂ ਸਨਾਤਨਵਾਦੀਆਂ ਜਾਂ ਵਿਪਰਵਾਦੀਆਂ ਦੀਆਂ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਕਮਲੇ ਕਰਕੇ, ਸਿੱਖਾਂ ਨੂੰ ਬੁੱਧੂ ਬਣਾ ਕੇ ਉਹਨਾਂ ਨੇ ਆਪਣਾ ਸਨਾਤਨਵਾਦ ਦਾ ਜੋ ਗਲਬਾ ਸੀ ਉਹ ਸਿੱਖ ਮਤ ਉੱਤੇ ਪਾ ਲਿਆ। ਕਿ ਅਜਿਹਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਵਿਰੋਧੀਆਂ ਵੱਲੋਂ ਅਤੇ ਕੱਚੀਆਂ ਰਚਨਾਵਾਂ ਪੜ੍ਹਨ ਵਾਲਿਆਂ ਵੱਲੋਂ ਅਧੂਰਾ ਨਹੀਂ ਸਾਬਤ ਕੀਤਾ ਜਾ ਰਿਹਾ। ਜਿਹੜੇ ਸਿੱਖ ਇਹ
ਵਾਧੂ ਰਚਨਾਵਾਂ ਪੜ੍ਹ ਰਹੇ ਹਨ ਨਿਤਨੇਮ ਵਿੱਚ, ਉਹ ਇਹ ਨਹੀਂ ਸਾਬਤ ਕਰ ਰਹੇ ਕਿ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਹੈ। ਬਿਲਕੁਲ ਉਹ ਸਾਬਤ ਕਰ ਰਹੇ ਹਨ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਦੀਆਂ ਰਚਨਾਵਾਂ ਪੜ੍ਹ ਰਹੇ ਹਨ। ਇਹਦਾ ਮਤਲਬ ਇਹ ਹੋਇਆ ਕਿ ਬਾਅਦ ਦੀਆਂ ਰਚਨਾਵਾਂ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੁਕੰਮਲ ਕਰਨ ਵਾਲੀਆਂ ਹਨ, ਇਹ ਅਧੂਰੀ ਸੀ, ਅਤੇ ਇਹਦੇ ਵਿੱਚੋਂ ਰਚਨਾਵਾਂ ਜਿਹੜੀਆਂ ਆ ਛੱਡ ਕੇ ਉਹ ਬਾਹਰੋਂ ਲਈਆਂ ਗਈਆਂ। ਅਤੇ ਇਹਦਾ ਮਤਲਬ ਹੈ ਕਿ ਉਹ ਆਪ ਹੀ ਸਾਬਤ ਕਰ, ਸਿੱਖ ਆਪ ਹੀ ਸਾਬਤ ਕਰ ਰਹੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ। ਇਸ ਪਰੰਪਰਾ ਨੂੰ ਛੱਡਣਾ ਪਏਗਾ। ਇਹ ਪਰੰਪਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰ ਰਹੀ ਹੈ ਕਿ ਤੁਰਕੀ ਬਾਣੀ ਦੇ ਅਧੂਰੇਪਨ ਦੀ ਇਹ ਸਾਜ਼ਿਸ਼ ਰਚ ਕੇ ਇੱਕ ਹੋਰ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਨਹੀਂ ਬਣਾਇਆ ਜਾ ਰਿਹਾ। ਇਹ ਨਿਰਾ ਗੁਰ ਉਪਦੇਸ਼ ਤੋਂ ਉਲਟ ਕਰਮ ਹੈ ਜੋ ਸ਼ਬਦ ਗੁਰੂ ਦੀ ਨਿਰਾਦਰੀ ਹੈ। 10ਵੇਂ ਪਾਤਸ਼ਾਹ ਜੀ ਨੇ ਤਾਂ ਸਿੱਖਾਂ ਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਵਜੋਂ ਬਖਸ਼ਿਆ ਸੀ, ਪਰ ਸਿੱਖ ਇਸ ਹੁਕਮ ਦੀ ਉਲੰਘਣਾ ਕਰਕੇ ਸ਼ਬਦ ਗੁਰੂ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਗਏ, ਮਾਨੋ ਲਛਮਣ ਰੇਖਾ ਟੱਪ ਗਏ। ਇਹ ਗਲਤ ਅਗਵਾਈ ਸਿੱਖਾਂ ਨੂੰ ਕਿਸ ਨੇ ਦਿੱਤੀ? ਸ਼੍ਰੋਮਣੀ ਕਮੇਟੀ ਦੀ ਬਣਾਈ ਸਿੱਖ ਰਹਿਤ ਮਰਿਆਦਾ ਨੇ, ਜਿਸ ਨੂੰ ਸੰਗਤ ਟੀਵੀ ਚੈਨਲ ਉੱਤੇ ਸਵਾਲ ਜਵਾਬ ਪ੍ਰੋਗਰਾਮ ਵਿੱਚ ਡਾਕਟਰ ਦਲਜੀਤ ਸਿੰਘ ਵਰਗੇ ਵਿਦਵਾਨ ਪੰਥ ਦੀ ਲਿਖੀ ਬਾਣੀ ਇਸ ਨੂੰ ਮੰਨ ਰਹੇ ਹਨ। ਉਹ ਕਹਿ ਰਹੇ ਹਨ ਕਿ ਇਹ ਪੰਥ ਦੀ ਲਿਖੀ ਰਚਨਾ ਹੈ। ਬਾਣੀ ਲਿਖਣ ਦਾ ਹੱਕ ਕੇਵਲ ਨਾਨਕ ਜੋਤ ਨੂੰ ਹੀ ਸੀ। ਪੰਥ ਜਾਂ ਪੰਜ ਪਿਆਰੇ ਬਾਣੀ ਦੀ ਰਚਨਾ ਨਹੀਂ ਕਰ ਸਕਦੇ। ਇਸ ਚੈਨਲ ਤੇ ਅਰਦਾਸ ਨੂੰ ਬਾਣੀ ਕਿਹਾ ਗਿਆ ਹੈ, ਜਿਹੜੀ ਨਿਤਨੇਮ ਦੇ ਗੁਟਕਿਆਂ ਵਿੱਚ ਸ਼ਾਮਲ ਹੈ। ਜੇ ਇਹ ਅਰਦਾਸ ਨੂੰ ਵੀ ਬਾਣੀ ਮੰਨਦੇ ਹਨ ਸੰਗਤ ਟੀਵੀ ਚੈਨਲ ਵਾਲੇ, ਤਾਂ ਜੋ ਕੱਚੀਆਂ ਰਚਨਾਵਾਂ ਨਿਤਨੇਮ ਵਿੱਚ ਜੋੜੀਆਂ ਗਈਆਂ ਹਨ ਉਹਨਾਂ ਨੂੰ ਵੀ ਇਹ ਬਾਣੀ ਮੰਨਦੇ ਹਨ। ਇਹ ਕਹਿੰਦੇ ਨੇ ਕਿ ਪੰਥ ਦੀ ਬਾਣੀ ਹੈ, ਇਹ ਪੰਥ ਦੀ ਰਚਨਾ ਹੈ। ਗੁਰੂ ਸਭ ਤੋਂ ਉੱਚਾ ਹੈ। ਅਰਦਾਸ ਬਾਣੀ ਨਹੀਂ ਜੋ ਬਦਲੀ ਨਾ ਜਾ ਸਕਦੀ ਹੋਵੇ। ਸੰਗਤ ਟੀਵੀ ਵਰਗੇ ਸਿੱਖ ਚੈਨਲ ਨੂੰ ਸੰਗਤਾਂ ਨੂੰ ਠੀਕ ਅਗਵਾਈ ਦੇਣੀ ਚਾਹੀਦੀ ਹੈ, ਨਾ ਕਿ ਜੋ ਗਲਤ ਪਰੰਪਰਾਵਾਂ ਸਿੱਖਾਂ ਦੇ ਗਲ ਪਈਆਂ ਹੋਈਆਂ ਹਨ ਉਹਨਾਂ ਨੂੰ ਅਗਾਂਹ ਪੱਕਿਆਂ ਕਰਨਾ ਚਾਹੀਦਾ ਹੈ। ਇਹ ਨਰਾਦਰੀ ਜਿਹੜੀ ਹੈ ਕੀਤੀ ਜਾ ਰਹੀ ਹੈ, ਇਸ ਨੂੰ ਵੀ ਬੰਦ ਕਰਨਾ ਪਵੇਗਾ। ਹੁਣ ਇਹ ਦੇਖਿਆ ਜਾਵੇ ਅਸਲੀ ਨਿਤਨੇਮ ਕਿੱਥੇ ਹੈ। ਇਹ ਪ੍ਰਸ਼ਨ ਸੁਣਨ ਵਾਲੇ ਕਰਨਗੇ ਕਿ ਫਿਰ ਅਸਲੀ ਨਿਤਨੇਮ ਕਿਹੜਾ ਹੈ ਤੇ ਕਿੱਥੇ ਹੈ, ਉਹ ਕਿਸ ਨੇ ਬਣਾਇਆ ਹੈ। ਸੋ ਇਸ ਸੰਬੰਧ ਵਿੱਚ ਆਪਾਂ ਵਿਚਾਰ ਕਰਦੇ ਹਾਂ। ਅਸਲੀ ਨਿਤਨੇਮ ਤਾਂ ਸਿੱਖਾਂ ਨੂੰ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 10ਵੇਂ ਪਾਤਸ਼ਾਹ ਆਪਣੇ ਹੱਥੀਂ ਪ੍ਰਵਾਨ ਕਰਕੇ ਦੇ ਗਏ ਸਨ। ਇਸ ਵਿੱਚ ਜਪਜੀ, ਸੋ ਦਰ 5 ਸ਼ਬਦ, ਸੋ ਪੁਰਖ 4 ਸ਼ਬਦ ਅਤੇ ਸੋਹਲਾ 5 ਸ਼ਬਦ ਸ਼ਾਮਲ ਹਨ। ਇਹ ਹੈ ਸਿੱਖ ਦਾ ਅਸਲੀ ਨਿਤਨੇਮ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਹ ਨਿਤਨੇਮ 5ਵੇਂ ਗੁਰੂ ਜੀ ਦਾ ਬਣਾਇਆ ਹੋਇਆ ਸੀ, ਜੋ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ। 10ਵੇਂ ਪਾਤਸ਼ਾਹ ਚਾਹੁੰਦੇ ਤਾਂ ਇਸ ਨਿਤਨੇਮ ਦੀ ਰੂਪ ਰੇਖਾ ਉਹ ਆਪ ਬਦਲ ਸਕਦੇ ਸਨ, ਇਸ ਵਿੱਚ ਵਾਧੇ ਘਾਟੇ ਕਰ ਸਕਦੇ ਸਨ, ਕਿਉਂਕਿ ਗੁਰੂ ਸਰਬ ਕਲਾ ਸਮਰੱਥ ਹੈ। ਸ਼੍ਰੋਮਣੀ ਕਮੇਟੀ ਗੁਰੂ ਨਾਲੋਂ ਸਿਆਣੀ ਨਿਕਲੀ, ਜਿਸ ਨੇ ਨਿਤਨੇਮ ਦੀ ਰੂਪ ਰੇਖਾ ਆਪੋਂ ਬਦਲ ਦਿੱਤੀ। ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਨੂੰ ਗੁਰੂ ਨਾਲੋਂ ਸਿਆਣਾ ਮੰਨ ਲਿਆ। ਇਹਨਾਂ ਸਿਆਣਪਾਂ ਤੇ ਚਤੁਰਾਈਆਂ ਨੇ ਸਿੱਖ ਕੌਮ ਨੂੰ ਵਿਪਰਵਾਦ ਦੀ ਝੋਲੀ ਵਿੱਚ ਪਾ ਦਿੱਤਾ ਹੈ। ਵਿਪਰਵਾਦ ਤੋਂ ਭਾਵ ਹੈ ਬ੍ਰਾਹਮਣਵਾਦ, ਸਨਾਤਨਵਾਦੀ ਵਿਚਾਰਧਾਰਾ, ਜਿਹੜੀ ਸਿੱਖੀ ਨਾਲ ਮੇਲ ਨਹੀਂ ਖਾਂਦੀ, ਕਿਉਂਕਿ ਉਹ ਚਾਹੁੰਦੇ ਹਨ ਵਿਪਰਵਾਦੀ ਲੋਕ ਕਿ ਇਹ ਜੋ ਸਿੱਖ ਮਤ ਹੈ ਇਹ ਵਿਪਰਵਾਦ ਵਿੱਚ ਸ਼ਾਮਲ ਹੋ ਜਾਏ। ਇਹਨੂੰ ਵਿਪਰਵਾਦ ਦੀ ਪੁੱਠ ਚਾੜ ਦਿੱਤੀ ਗਈ ਹੈ। ਹੌਲੀ ਹੌਲੀ ਇਸ ਨੂੰ ਆਪਣੇ ਪੂਰੀ ਤਰ੍ਹਾਂ ਲਪੇਟ ਵਿੱਚ ਲੈ ਆਉਣਗੇ। ਰਾਗਵਾਰ ਬਾਣੀ ਜੋ ਹੈ ਉਹ 14 ਪੰਨੇ ਤੋਂ ਸ਼ੁਰੂ ਹੁੰਦੀ ਹੈ। ਪਹਿਲੇ 13 ਪੰਨੇ 5ਵੇਂ ਪਾਤਸ਼ਾਹ ਜੀ ਵੱਲੋਂ ਆਦਿ ਬੀੜ ਦੀ ਸੰਪਾਦਨਾ ਸਮੇਂ
ਰਾਗਵਾਰ ਨਹੀਂ ਲਿਖੇ ਗਏ। ਤੇ ਇਹ ਹੀ 10ਵੇਂ ਪਾਤਸ਼ਾਹ ਤੱਕ ਸਿੱਖਾਂ ਲਈ ਨਿਤਨੇਮ ਸੀ ਤੇ ਹੁਣ ਵੀ ਹੈ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਨਿਤਨੇਮ ਨੂੰ ਬਦਲਿਆ ਨਹੀਂ, ਇਸ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ। ਇਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਜਿਵੇਂ 5ਵੇਂ ਗੁਰੂ ਜੀ ਨੇ ਰੱਖਿਆ ਸੀ। 6ਵੇਂ 7ਵੇਂ 8ਵੇਂ 9ਵੇਂ ਪਾਤਸ਼ਾਹ ਦੇ ਸਮੇਂ ਇਹੀ ਨਿਤਨੇਮ ਚੱਲਦਾ ਸੀ। 10ਵੇਂ ਪਾਤਸ਼ਾਹ ਜੀ ਨੇ ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਇਸ ਤੋਂ ਇਹ ਸਪਸ਼ਟ ਹੈ ਕਿ 10ਵੇਂ ਪਾਤਸ਼ਾਹ ਤੱਕ ਇਹੀ ਨਿਤਨੇਮ ਪ੍ਰਚਲਿਤ ਸੀ, ਜਿਸ ਨੂੰ ਉਹਨਾਂ ਦੇ ਜੋਤੀਜੋ ਸਮਾਉਣ ਤੋਂ ਬਾਅਦ ਵਿਪਰਵਾਦੀ ਸ਼ਕਤੀਆਂ ਨੇ ਆਪਣੇ ਰੰਗ ਵਿੱਚ ਰੰਗ ਕੇ ਸਿੱਖਾਂ ਦੇ ਗਲ ਵਿੱਚ ਪਾ ਦਿੱਤਾ। ਨਿਤਨੇਮ ਵਿੱਚ ਵਾਧੂ ਰਚਨਾਵਾਂ ਦਾ ਵੇਰਵਾ ਕੀ ਹੈ? ਨਿਤਨੇਮ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਧੁਰਕੀ ਬਾਣੀ ਦਾ ਨਿਤਨੇਮ ਸੀ, ਤੇ ਜਿਹੜੀਆਂ ਰਚਨਾਵਾਂ ਵਾਧੂ ਪਾਈਆਂ ਗਈਆਂ ਇਹ ਧੁਰਕੀ ਬਾਣੀ ਵਿੱਚੋਂ ਨਹੀਂ ਹਨ। ਇਹ ਧੁਰਕੀ ਬਾਣੀ ਤੋਂ ਬਾਹਰ ਦੀਆਂ ਕੱਚੀਆਂ ਰਚਨਾਵਾਂ ਹਨ। ਕੱਚੀਆਂ ਇਸ ਕਰਕੇ ਕਿਉਂਕਿ ਸਤਿਗੁਰੂ ਵੱਲੋਂ ਪ੍ਰਵਾਨ ਇਹ ਨਹੀਂ ਹਨ। ਸਤਿਗੁਰੂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੁੰਦੀਆਂ। ਇਹ ਸਿਰਫ ਵਿਪਰਵਾਦੀ ਬ੍ਰਾਹਮਣਵਾਦੀ ਸ਼ਕਤੀਆਂ ਦੀ ਜਿਹੜੀ ਸੋਚ ਹੈ ਉਸ ਵੱਲੋਂ ਇਹ ਰਚਨਾਵਾਂ ਜਿਹੜੀਆਂ ਆਪਣੇ ਪ੍ਰਭਾਵ ਨਾਲ ਸਿੱਖਾਂ ਦੇ ਗਲ ਵਿੱਚ ਪਾਈਆਂ ਗਈਆਂ। ਸੋ ਵਾਧੂ ਰਚਨਾਵਾਂ ਜੋ ਨਿਤਨੇਮ 'ਚ ਪੜ੍ਹੀਆਂ ਜਾ ਰਹੀਆਂ ਨੇ, ਇੱਕ ਜਾਪ ਹੈ ਜਿਹੜਾ ਕਿ ਕ੍ਰਿਸ਼ਨਾ ਅਵਤਾਰ ਵਿੱਚ ਦੁਰਗਾ ਦੇਵੀ ਦੀਆਂ ਸਿਫਤਾਂ ਨਾਲ ਇਹ ਮਿਲਦਾ ਹੈ। ਜੋ ਦੁਰਗਾ ਤੇ ਮਹਾਕਾਲ ਦੀਆਂ ਸਿਫਤਾਂ ਕੀਤੀਆਂ ਗਈਆਂ ਹਨ ਕ੍ਰਿਸ਼ਨਾ ਅਵਤਾਰ ਤੇ ਹੋਰ ਕਈ ਰਚਨਾਵਾਂ ਵਿੱਚ, ਉਹੋ ਹੀ ਗੁਣ ਜਾਪ ਦੇ ਵਿੱਚ ਬਿਆਨ ਕੀਤੇ ਗਏ ਹਨ। ਕਿਤੇ ਇਸਤਰੀ ਲਿੰਗ ਰੂਪ ਵਿੱਚ, ਕਿਤੇ ਪੁਲਿੰਗ ਰੂਪ ਵਿੱਚ ਹੈ। ਇਹ ਦੁਰਗਾ ਦੇਵੀ ਦੀਆਂ ਸਿਫਤਾਂ ਕੋਈ ਪੜ੍ਹ ਕੇ ਦੇਖ ਲਵੇ ਧਿਆਨ ਨਾਲ, ਜੋ ਵਿਦਵਾਨ ਹਨ ਉਹ ਪੜ੍ਹਨ, ਜੋ ਸਿੱਖ ਹਨ ਆਮ ਇਹ ਜਾਪ ਦਾ ਪਾਠ ਕਰਨ ਵਾਲੇ, ਉਹ ਜਾਪ ਦੇ ਅਰਥ ਡਾਕਟਰ ਜੱਗੀ ਦਾ ਜੋ ਟੀਕਾ ਹੈ ਉਹਦੇ ਵਿੱਚੋਂ ਕ੍ਰਿਸ਼ਨਾ ਅਵਤਾਰ ਵੀ ਪੜ੍ਹਨ, ਉਹਦੇ ਵਿੱਚ ਦੁਰਗਾ ਦੀ ਸਿਫਤ ਜੋ ਉਹ ਵੀ ਪੜ੍ਹਨ ਤੇ ਜਾਪ ਵੀ ਪੜ੍ਹਨ। ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਦੁਰਗਾ ਦੇਵੀ ਦੀਆਂ ਜੋ ਸਿਫਤਾਂ ਕ੍ਰਿਸ਼ਨਾ ਅਵਤਾਰ ਵਿੱਚ ਕਵੀ ਨੇ ਕੀਤੀਆਂ, ਉਹੀ ਸਿਫਤਾਂ ਜਿਹੜੀਆਂ ਹਨ ਪੁਲਿੰਗ ਰੂਪ ਵਿੱਚ ਇੱਥੇ ਜਾਪ ਵਿੱਚ ਕੀਤੀਆਂ ਗਈਆਂ ਹਨ। ਤੇ ਇਹ ਦੂਜੀ ਗੱਲ ਇਹ ਹੈ ਕਿ ਇਹ ਧੁਰਕੀ ਬਾਣੀ ਹੈ ਹੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਦੀ ਫਿਲਾਸਫੀ ਵਿਚਾਰਧਾਰਾ ਮੁਤਾਬਕ ਹੈ ਹੀ ਨਹੀਂ, ਹੈ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰਕੀ ਬਾਣੀ ਤੋਂ ਬਾਹਰ ਹੈ। ਇਹ ਚੰਗੀ ਹੈ ਜਾਂ ਮਾੜੀ ਹੈ ਇਹ ਵੱਖਰੀ ਗੱਲ ਹੈ, ਪਰ ਇਹ ਧੁਰਕੀ ਬਾਣੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਰਚਨਾਵਾਂ ਬਹੁਤ ਸਾਰੀਆਂ ਪਈਆਂ ਹਨ ਜੋ ਸਿੱਖਿਆਦਾਇਕ ਹਨ, ਉਹ ਪੜ੍ਹੀਆਂ ਜਾ ਸਕਦੀਆਂ ਹਨ, ਉਹਨਾਂ ਤੋਂ ਕੋਈ ਜੋ ਸਿੱਖਿਆ ਮਿਲਦੀ ਹੈ ਉਹ ਲਈ ਜਾ ਸਕਦੀ ਹੈ। ਪਰ ਧੁਰਕੀ ਬਾਣੀ ਦਾ ਦਰਜਾ ਦੇ ਕੇ ਉਹਨਾਂ ਨੂੰ ਸਿੱਖ ਦਾ ਨਿਤਨੇਮ ਬਣਾਉਣਾ ਇਹ ਵਿਪਰਵਾਦੀ ਸੋਚ ਹੈ, ਇਹ ਸਨਾਤਨਵਾਦੀ ਸੋਚ ਹੈ, ਇਹ ਬ੍ਰਾਹਮਣਵਾਦੀ ਸੋਚ ਹੈ। ਤੋ ਇਹ ਕਹਿ ਸਕਦੇ ਹਾਂ ਕਿ ਨਿਤਨੇਮ ਜੋ ਗੁਰੂ ਜੀ ਦਾ ਬਣਾਇਆ ਹੋਇਆ ਸੀ ਉਸ ਨੂੰ ਵੀ ਗ੍ਰਹਿਣ ਲੱਗਾ ਹੋਇਆ ਹੈ। ਇਹ ਵਿਪਰਵਾਦੀ ਸ਼ਕਤੀਆਂ ਦੁਆਰਾ ਇਸ ਨੂੰ ਗ੍ਰਹਿਣ ਲਾਇਆ ਗਿਆ ਹੈ। ਜੋ ਸਿੱਖ ਰਹਿਤ ਮਰਜ਼ਾਦਾ ਨੇ ਇਹ ਗ੍ਰਹਿਣ ਦਾ ਕੰਮ ਕੀਤਾ। ਇਸ ਤੋਂ ਬਾਅਦ 10 ਸਵਈਏ, ਇਸ ਤੋਂ ਬਾਅਦ ਹਮਰੀ ਕਰੋ ਹਾਜ਼ਰ ਅੱਛਾ ਚੌਪਈ, ਇਸ ਤੋਂ ਬਾਅਦ ਪਾਏ ਗਏ ਜਬ ਤੇ ਤੁਮਰੇ। ਸੋ ਜੋ ਹਮਰੀ ਕਰੋ ਹਾਜ਼ਰ ਅੱਛਾ ਚੌਪਈ ਹੈ ਇਹ ਤ੍ਰਿਆ ਚਰਿਤਰਾਂ ਵਿੱਚੋਂ ਹੈ। ਤ੍ਰਿਆ ਚਿੱਤਰ ਨੰਬਰ 404 ਵਿੱਚੋਂ ਹੈ, ਜਿੱਥੇ ਮਹਾਕਾਲ ਇੱਕ ਸੁੰਦਰ ਔਰਤ ਦੁੱਲਾ ਦੇਈ ਨਾਲ ਵਿਆਹ ਕਰਾਉਣ ਲਈ ਉਸ ਦੀ ਸਹਾਇਤਾ ਕਰਦਾ ਹੈ, ਦੁੱਲਾ ਦੇਈ ਦੀ ਇੱਕ ਸਵਾਸ ਬੀਰਜ ਦੈਂਤ ਨੂੰ ਮਾਰਨ ਵਿੱਚ। ਸੋ ਇਹ ਸਾਰੀ ਮਹਾਕਾਲ ਦੀ ਕਹਾਣੀ ਹੈ, ਜਿਹੜਾ ਕਿ ਫਿਰ ਦੈਂਤਾਂ ਨਾਲ, ਜਿਵੇਂ ਦੁਰਗਾ ਦੈਂਤਾਂ ਨਾਲ ਲੜਦੀ ਹੈ ਦੁਰਗਾ ਕੀ ਵਾਰ ਵਿੱਚ, ਇੱਥੇ ਮਹਾਕਾਲ ਲੜ ਰਿਹਾ ਹੈ, ਦੁੱਲਾ ਦੇਈ ਵੱਲੋਂ ਲੜ ਰਿਹਾ ਹੈ। ਦੁੱਲਾ ਦੇਈ ਇੱਕ ਸੁੰਦਰ ਔਰਤ ਦੀ ਮਦਦ ਕਰਨ ਲਈ ਲੜ ਰਿਹਾ ਹੈ ਤੇ ਉਹ ਵੀ ਦੈਂਤਾਂ ਨੂੰ ਮਾਰ ਦਿੰਦਾ ਹੈ। ਉਹਦੀ ਜੈ ਜੈਕਾਰ ਹੋ ਜਾਂਦੀ ਹੈ ਤੇ ਕਵੀ ਉਹਨੂੰ ਕਹਿੰਦਾ ਹੈ ਕਿ ਮਹਾਕਾਲ ਜੀ, ਜਿਵੇਂ ਤੁਸੀਂ ਦੁੱਲਾ ਦੇਈ ਦੀ ਮਦਦ ਕੀਤੀ ਹੈ ਇੱਦਾਂ ਮੇਰੀ ਵੀ ਮਦਦ ਕਰੋ, ਮੇਰੀ ਵੀ ਰੱਖਿਆ ਕਰੋ। ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਚੌਪੇ ਜਿਹੜੀ ਇਹਦੇ ਬੈਕਗਰਾਊਂਡ ਕੀ ਹੈ, ਇਹ ਕਿੱਥੋਂ ਆਈ ਹੈ। ਅੱਖਾਂ ਮੀਟ ਕੇ ਹੁਣ ਤੱਕ ਪੜ੍ਹਦੇ ਰਹੇ ਹਾਂ, ਪਰ ਹੁਣ ਸਮਾਂ ਨਹੀਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਜਿਹੜੀ ਹੈ ਉਹ ਅਸੀਂ ਅੱਗੇ ਵਧਾਈ ਜਾਈਏ। ਹੁਣ ਸਮਝ ਆ ਗਈ ਹੈ ਸਿੱਖਾਂ ਨੂੰ ਕਿ ਅੱਜ ਕੱਲ੍ਹ ਜੋ ਹੋ ਰਿਹਾ ਪੰਜਾਬ ਵਿੱਚ, ਇਹ ਸਿੱਖ ਮਾਰੂ ਸ਼ਕਤੀਆਂ
ਵਿਪਰਵਾਦੀ ਸ਼ਕਤੀਆਂ ਉਹਨਾਂ ਵੱਲੋਂ ਇਹ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਕਬਜ਼ੇ ਵਿੱਚ ਹੈ, ਜਥੇਦਾਰ ਵੀ ਉਹਨਾਂ ਦੇ ਕਬਜ਼ੇ ਵਿੱਚ ਹਨ, ਪੰਜਾਬ ਸਰਕਾਰ ਵੀ ਉਹਨਾਂ ਦੇ ਕਬਜ਼ੇ ਵਿੱਚ ਹੈ। ਹੁਣ ਸਮਝ ਆਉਣੀ ਚਾਹੀਦੀ ਹੈ ਕਿ ਰਚਨਾਵਾਂ ਜਿਹੜੀਆਂ ਆ ਇਹ ਵਿਪਰਵਾਦੀ ਗਲਬਾ ਹੈ ਜੋ ਸਿੱਖਾਂ ਤੇ ਪਾਇਆ ਗਿਆ ਹੈ। ਸਾਡਾ ਨਿਤਨੇਮ ਵੀ ਖੋਹ ਲਿਆ ਗਿਆ ਹੈ, ਇਹ ਵੀ ਆਜ਼ਾਦ ਨਹੀਂ ਰਿਹਾ, ਇਹ ਵੀ ਹਾਈਜੈਕ ਹੋ ਚੁੱਕਾ ਹੈ। ਤੇ ਮੈਂ ਦੇਖਦਾ ਹਾਂ ਕਿ ਸੰਗਤ ਟੀਵੀ ਚੈਨਲ ਉੱਤੇ ਵੀ ਬੀਬੀ ਸੁਰਜੀਤ ਕੌਰ ਉਹ ਪੈਨਲ ਵਿੱਚ ਬੈਠੇ ਹੁੰਦੇ ਹਨ, ਜੇ ਸਵਾਲਾਂ ਦੇ ਜਵਾਬ ਦੇ ਰਹੇ ਆ, ਉਹ ਵੀ ਇਹ ਕਹਿੰਦੇ ਹਨ ਕਿ ਔਖੇ ਵੇਲੇ ਚੌਪਈ ਦਾ ਪਾਠ ਕਰੋ, ਇੱਕ ਨਹੀਂ ਹੁੰਦਾ ਇੱਕ ਹੋਰ ਪਾਠ ਕਰ ਲਓ। ਇਹ ਪਾਠ ਜਿਹੜੇ ਹਨ ਸਮਝ ਨਹੀਂ ਆ ਰਹੀ ਕਿ ਚੌਪਈ ਨਾਲ ਕਿਉਂ ਲਗਾ ਹੈ, ਧੁਰਕੀ ਬਾਣੀ ਛੱਡ ਕੇ ਇਹ ਕੱਚੀ ਬਾਣੀ ਨਾਲ ਕਿਉਂ ਲਗਾ ਹੈ। ਜੇ ਲਗਾ ਭੇਡ ਚਾਲਣ ਹੋ ਗਿਆ ਤਾਂ ਹੁਣ ਸਮਝਣ ਦੀ ਲੋੜ ਹੈ, ਇਹਨਾਂ ਨੂੰ ਆਪਣੇ ਗਲੋਂ ਲਾਉਣ ਦੀ ਲੋੜ ਹੈ। ਇਹ ਵਿਪਰਵਾਦੀ ਸ਼ਕਤੀਆਂ ਵੱਲੋਂ ਪਾਈਆਂ ਗਈਆਂ ਕੱਚੀਆਂ ਦੇਵੀ ਦੇਵਤਿਆਂ ਦੇ ਚਰਾਵਾਂ ਹਨ। ਇਹਨਾਂ ਨੂੰ ਪੜ੍ਹਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੈ। ਅਸੀਂ ਖੁਦ ਕਰ ਰਹੇ ਹਾਂ, ਲੋਕਾਂ ਨੇ ਕੀਤੀ, ਤੇ ਹੁਣ ਪੰਜਾਬ ਵਿੱਚ ਸਿੱਖਾਂ ਨੂੰ ਸੇਕ ਲੱਗਾ ਹੈ ਤੇ ਥਾਂ ਥਾਂ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਰੋਸ਼ ਵਜੋਂ। ਤੇ ਜੇ ਸਿੱਖ ਆਪ ਹੀ ਨਰਾਦਰੀ ਕਰ ਰਹੇ ਹਨ ਇਹ ਰਚਨਾਵਾਂ ਪੜ੍ਹ ਕੇ, ਤਾਂ ਇਹਨਾਂ ਸਿੱਖਾਂ ਨੂੰ ਫਿਰ ਕੌਣ ਸਮਝਾਏਗਾ। ਇਸ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਹੈ। ਅੱਗੇ ਬਹੁਤੂ ਰਚਨਾ ਪਾਈ ਗਈ, ਪਾਏ ਗਏ ਜਬ ਤੇ ਤੁਮਰੇ, ਇਹ ਰਚਨਾ ਜਿਹੜੀ ਕ੍ਰਿਸ਼ਨਾ ਅਵਤਾਰ ਦੇ ਵਿੱਚੋਂ ਹੈ। ਤੇ ਜੋ ਰਾਮਾਇਣ ਹੈ ਕ੍ਰਿਸ਼ਨਾ ਅਵਤਾਰ ਵਿੱਚ, ਰਾਮਚਰਿਤ ਮਾਨਸ ਵਿੱਚ ਜੋ ਰਾਮਾਇਣ ਹੈ ਇਹ ਉਹਨਾਂ ਵਿੱਚੋਂ ਲਈ ਗਈ ਹੈ। ਪਾਏ ਗਏ ਜਬ ਤੇ ਤੁਮਰੇ ਰਾਮਚਰਿਤ ਮਾਨਸ। ਇਸੇ ਤਰ੍ਹਾਂ ਸਗਲ ਦਵਾਰ ਕੋ ਛਾੜ ਕੇ, ਇਹ ਵੀ ਰਾਮਚਰਿਤ ਮਾਨਸ, ਰਾਮਾ ਅਵਤਾਰ ਦੇ ਵਿੱਚ ਰਾਮਚਰਿਤ ਮਾਨਸ ਹੈ। ਰਾਮਚਰਿਤਰ, ਰਾਮ ਦਾ ਚਰਿੱਤਰ, ਰਾਮਾਇਣ ਦਾ ਹਾਲ ਸਾਰਾ ਲਿਖਿਆ ਰਾਮਾ ਅਵਤਾਰ ਵਿੱਚ। ਤੇ ਇਹ ਰਚਨਾਵਾਂ ਉਸ ਰਾਮ ਨਾਲ ਸੰਬੰਧ ਰੱਖਦੀਆਂ ਜਿਹੜਾ ਰਾਮਾਇਣ ਦੇ ਵਿੱਚ ਜਿਹਦੀ ਕਹਾਣੀ ਹੈ। ਇਹ ਚੱਕ ਕੇ ਰਚਨਾਵਾਂ ਸਿੱਖਾਂ ਦੇ ਗਲ 'ਚ ਪਾਤੀਆਂ। 1945 ਵਿੱਚ ਜਿਹੜੀ ਤਬਦੀਲੀਆਂ ਕੀਤੀਆਂ ਗਈਆਂ ਸਿੱਖ ਕੋਡ ਦੇ ਵਿੱਚ, ਉਦੋਂ ਜਿਹੜੇ ਵੀ ਵਿਦਵਾਨ ਸਨ ਉਹਨਾਂ ਨੇ ਇਹ ਦੋ ਰਚਨਾਵਾਂ ਉਦੋਂ ਪਾਈਆਂ 1945 ਵਿੱਚ। ਇਸ ਦਾ ਭਾਵ ਹੈ 1931 ਤੋਂ ਲੈ ਕੇ 45 ਤੱਕ ਵਿਪਰਵਾਦੀ ਸ਼ਕਤੀਆਂ ਜ਼ੋਰ ਚੱਲਦਾ ਹੀ ਰਿਹਾ। ਤੇ ਉਹਨਾਂ ਨੇ ਜਿੱਥੇ ਵੀ ਦਾ ਲੱਗਾ, ਜਦੋਂ ਵੀ ਉਹਨਾਂ ਦਾ ਇਹ ਮੰਤਵ ਜਿਹੜਾ ਸੀਗਾ ਉਹ ਪੂਰਾ ਹੋਇਆ, ਉਹਨਾਂ ਨੇ ਕੀਤਾ। ਇਸ 14 ਸਾਲ ਦੇ ਲੰਮੇ ਸਪੈਨ ਵਿੱਚ ਇਹ ਰਚਨਾਵਾਂ ਇੱਦਾਂ ਵੱਖ-ਵੱਖ ਪੜਾਵਾਂ ਵਿੱਚ ਇਹ ਦਰਜ ਕੀਤੀਆਂ ਗਈਆਂ ਕੱਚੀਆਂ ਰਚਨਾਵਾਂ। ਤਾਂ ਸਾਡਾ ਨਿਤਨੇਮ ਜਿਹੜਾ ਗੁਰੂ ਜੀ ਵਾਲਾ ਨਹੀਂ ਰਹਿ ਗਿਆ। ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਵੀ ਬੇਮੁਖ ਹੋਏ ਫਿਰਦੇ ਹਾਂ, ਕਿਉਂਕਿ ਉਹਨਾਂ ਦਾ ਨਿਤਨੇਮ ਨਹੀਂ ਮੰਨਦੇ ਅਸੀਂ ਕਿ ਉਹਨਾਂ ਨੇ ਬਣਾਇਆ ਸੋ ਠੀਕ ਸੀ। ਉਸ ਤੋਂ ਬਾਹਰ ਜਾ ਕੇ ਇਹ ਨਿਤਨੇਮ ਕੀਤਾ ਜਾ ਰਿਹਾ ਹੈ ਕਿ ਇਹ ਗੁਰੂ ਦੀ ਨਰਾਦਰੀ ਨਹੀਂ ਹੈ। ਇਹ ਖੁਦ ਹੀ ਗੁਰੂ ਦੀ ਨਰਾਦਰੀ ਕਰਨ ਵਾਲੇ ਸਿੱਖ ਆਪ ਹੀ ਹਨ, ਜਿਹੜੇ ਕਿ ਕੱਚੀਆਂ ਰਚਨਾਵਾਂ, ਦੇਵੀ ਦੇਵਤਿਆਂ ਵਾਲੀਆਂ ਰਚਨਾਵਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪੜ੍ਹਦੇ ਹਨ ਤੇ ਇਹਨਾਂ ਨੂੰ ਧੁਰਕੀ ਬਾਣੀ ਸਮਝ ਨਿਤਨੇਮ ਵੀ ਕਰੀ ਜਾਂਦੇ ਹਨ। ਕਿਸੇ ਗੁਰੂ ਨੇ ਪ੍ਰਵਾਨਗੀ ਨਹੀਂ ਦਿੱਤੀ ਇਹਨਾਂ ਰਚਨਾਵਾਂ ਨੂੰ। ਗੁਰੂ ਦਾ ਸਿਧਾਂਤ ਜੋ ਹੈ ਇਹਨਾਂ ਰਚਨਾਵਾਂ ਵਿੱਚ ਹੈ ਹੀ ਕਿਤੇ ਨਹੀਂ ਹੈ। ਸੋ ਇਸ ਕਰਕੇ ਇਹ ਸੋਚਣ ਦੀ ਲੋੜ ਹੈ, ਇਹ ਵਾਧੂ ਜੋੜੀਆਂ ਰਚਨਾਵਾਂ ਕਿੰਨੀਆਂ ਵੀ ਮਹਾਨ ਕਿਉਂ ਨਾ ਹੋਣ, ਕੋਈ ਕਹੇ ਜੀ ਬੜਾ ਚੰਗਾ ਉਪਦੇਸ਼ ਹੋਏਗਾ। ਭਾਈ ਨੰਦ ਲਾਲ ਸਿੰਘ ਦੀ ਰਚਨਾਵਾਂ ਬਾਹਰ ਪਈਆਂ ਹਨ, ਉਹਨਾਂ ਦਾ ਚੰਗਾ ਉਪਦੇਸ਼ ਹੈ, ਧਾਰਨ ਕਰਨ ਦੀ ਲੋੜ ਹੈ, ਉਹਨਾਂ ਨੂੰ ਪੜ੍ਹਨ ਦੀ ਲੋੜ ਹੈ, ਚੰਗਾ ਉਪਦੇਸ਼ ਲੈ ਲਓ। ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਹਰ ਪਈਆਂ ਹਨ ਗੁਰਬਾਣੀ ਧੁਰਕੀ ਬਾਣੀ ਦੇ, ਉਹਨਾਂ ਦਾ ਉਪਦੇਸ਼ ਚੰਗਾ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਜੋ ਬਾਹਰ ਜੋ ਚੰਗਾ ਉਪਦੇਸ਼ ਹੈ ਉਹ ਧੁਰਕੀ ਬਾਣੀ ਦੀ ਬਰਾਬਰੀ ਕਰ ਦੇਵੇ ਜਾਂ ਨਿਤਨੇਮ ਵਿੱਚ ਸ਼ਾਮਿਲ ਹੋ ਜਾਏ। ਸੋ ਸਤਿਗੁਰੂ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਕੋਈ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ, ਕੋਈ ਰਚਨਾ ਦਰਜ ਨਹੀਂ ਕੀਤੀ, ਨਾ ਨਿਤਨੇਮ ਦਾ ਕੋਈ ਭਾਗ ਹੀ ਬਣਾਇਆ ਹੈ। ਤੋ ਇਹ ਹੁਣ ਜੋ ਨਿਤਨੇਮ ਇਸ ਵੇਲੇ ਹੈ ਇਹ ਸਿੱਖਾਂ ਵੱਲੋਂ ਗੁਰੂ ਜੀ ਦੀ ਨਰਾਦਰੀ ਕਰਨ ਵਾਸਤੇ ਹੀ ਸਿੱਖਾਂ ਨੂੰ ਦੇ ਗਲ ਵਿੱਚ ਪਾਇਆ ਗਿਆ ਹੈ। ਤੋ ਚਾਹੀਦਾ ਹੈ ਸਿੱਖਾਂ ਨੂੰ ਹੁਣ ਇਸ ਤੋਂ ਬਚਣ, ਧੁਰਕੀ ਬਾਣੀ ਨਾਲ ਹੀ ਜੁੜਨ। ਜੇ ਗੁਰੂ ਗ੍ਰੰਥ ਸਾਹਿਬ ਹੈ ਤਾਂ ਗੁਰੂ ਦੀ ਹੀ ਬਾਣੀ ਪੜ੍ਹਨੀ ਜਾਇਜ਼ ਹੈ, ਗੁਰੂ ਦਾ ਹੀ ਉਪਦੇਸ਼ ਲੈਣਾ ਜਾਇਜ਼ ਹੈ। ਇਹ ਰਚਨਾਵਾਂ ਗੁਰੂ ਦੀਆਂ ਹੈ ਹੀ ਨਹੀਂ, ਧੁਰਕੀ ਬਾਣੀ ਹੈ ਹੀ ਨਹੀਂ। ਸਿੱਖਾਂ ਨੂੰ ਇਹ ਮੰਨ ਕੇ ਤੁਰਨਾ ਪਏਗਾ, ਨਹੀਂ ਤਾਂ ਨਰਾਦਰੀ ਜਿਹੜੀ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਕਦੀ ਰੁਕ ਨਹੀਂ ਸਕਦੀ। ਸਿੱਖ ਖੁਦ ਹੀ ਦੋਸ਼ੀ ਹਨ ਇਸ ਨਰਾਦਰੀ ਦੇ, ਖੁਦ ਹੀ ਇਸ ਕਰਕੇ ਹਨ ਕਿਉਂਕਿ ਹੁਣ
ਗਿਆਨ ਦਾ ਯੁੱਗ ਹੈ, ਵਿਗਿਆਨ ਦਾ ਯੁੱਗ ਹੈ, ਇੰਨੀ ਐਜੂਕੇਸ਼ਨ ਹੁਣ ਚੱਲ ਗਈ ਹੈ, ਪ੍ਰਚਲਿਤ ਹੈ, ਪੜ੍ਹੇ ਲਿਖੇ ਲੋਕ ਹੋ ਗਏ ਹਨ। ਇਹ ਰਚਨਾਵਾਂ ਪੜ੍ਹੀਆਂ ਜਾ ਸਕਦੀਆਂ, ਇਹਨਾਂ ਦੇ ਅਰਥ ਪੜ੍ਹੇ ਜਾ ਸਕਦੇ ਹਨ। ਆਪਣੇ ਆਪ ਪਤਾ ਲੱਗ ਜਾਏਗਾ ਕਿ ਰਚਨਾਵਾਂ ਕਿੱਥੋਂ ਆਈਆਂ। ਸੋ ਇਹ ਜੋ ਵਾਧੂ ਜੋੜੀਆਂ ਰਚਨਾਵਾਂ ਕਿੰਨੀਆਂ ਵੀ ਮਹਾਨ ਕਿਉਂ ਨਾ ਹੋਣ, ਨਿਤਨੇਮ ਦਾ ਭਾਗ ਨਹੀਂ ਬਣ ਸਕਦੀਆਂ, ਕਿਉਂਕਿ ਨਿਤਨੇਮ ਦੀ ਗੁਰੂ ਪਾਤਸ਼ਾਹ ਵੱਲੋਂ ਬਣਾਈ ਰੂਪ ਰੇਖਾ ਕਿਸੇ ਤਰ੍ਹਾਂ ਵੀ ਬਦਲਣ ਦਾ ਕਿਸੇ ਨੂੰ ਕੋਈ ਵੀ ਹੱਕ ਨਹੀਂ ਹੈ। ਜੇ ਹੈ ਤਾਂ ਦੱਸੋ। ਜੋ ਗੁਰੂ ਜੀ ਦੀ ਪਲਾਨ ਮੁਤਾਬਕ ਨਿਤਨੇਮ ਬਣਿਆ ਸੀ, ਉਸ ਨੂੰ ਬਦਲਣ ਦਾ ਹੱਕ ਕਿਸ ਨੂੰ ਦਿੱਤਾ ਗਿਆ? ਗੁਰੂ ਜੀ ਨੇ ਕਿਸ ਨੂੰ ਕੋਈ ਹੱਕ ਨਹੀਂ ਦਿੱਤਾ। ਗੁਰੂ ਸਭ ਤੋਂ ਮਹਾਨ ਹੈ, ਨਾ ਕੋਈ ਕਮੇਟੀ ਗੁਰੂ ਤੋਂ ਮਹਾਨ ਹੈ, ਨਾ ਜਥੇਦਾਰ ਗੁਰੂ ਤੋਂ ਮਹਾਨ ਹਨ, ਨਾ ਪੰਜ ਪਿਆਰੇ ਗੁਰੂ ਤੋਂ ਮਹਾਨ ਹਨ, ਨਾ ਪੰਥ ਗੁਰੂ ਤੋਂ ਮਹਾਨ ਹੈ। ਜੇ ਗੁਰੂ ਹੈ ਤਾਂ ਇਹ ਸਾਰਾ ਕੁਝ ਹੈ, ਜੇ ਗੁਰੂ ਨਹੀਂ ਤਾਂ ਇਹ ਇਹਨਾਂ 'ਚ ਕੁਝ ਵੀ ਨਹੀਂ ਹੈ। ਸੋ ਇਹ ਸਾਰੀ ਜਥੇਬੰਦੀਆਂ ਗੁਰੂ ਜੀ ਦੀ ਵਿਚਾਰਧਾਰਾ ਨੂੰ ਹੀ ਅੱਗੇ ਤੋਰਨ ਵਾਸਤੇ ਹਨ, ਗੁਰੂ ਦਾ ਉਪਦੇਸ਼ ਹੀ ਲਾਗੂ ਕਰਨ ਵਾਸਤੇ ਹਨ, ਨਾ ਕਿ ਆਪਣਾ ਇਹ ਮਤ ਚਲਾਉਣ ਵਾਸਤੇ ਬਣੀਆਂ ਹਨ। ਇਹ ਸਭ ਗੁਰੂ ਦੇ ਸਿਧਾਂਤਾਂ ਨੂੰ ਹੀ ਅੱਗੇ ਤੋਰਨ ਲਈ ਹੁੰਦੇ ਹਨ। ਆਪਣੇ ਬਣਾਏ ਸਿਧਾਂਤਾਂ ਨੂੰ ਸਿੱਖਾਂ ਉੱਤੇ ਠੋਸਣ ਲਈ ਇਹ ਜਥੇਬੰਦੀਆਂ ਨਹੀਂ ਬਣਾਈ ਜਾਂਦੀਆਂ। ਇਸ ਕਰਕੇ ਗੁਰੂ ਸਭ ਤੋਂ ਮਹਾਨ ਹੈ। ਅੱਗੇ ਜੋ ਸਤਿਗੁਰੂ ਜੀ ਦੀ ਨਰਾਦਰੀ ਕੀਤੀ ਜਾ ਰਹੀ ਹੈ, ਉਹ ਕੱਚੀਆਂ ਰਚਨਾਵਾਂ ਦਾ ਕੀਰਤਨ ਕਰਕੇ ਕੀਤੀ ਜਾ ਰਹੀ ਹੈ। ਜੋ ਧੁਰਕੀ ਬਾਣੀ ਨਹੀਂ, ਉਹਨਾਂ ਦਾ ਕੀਰਤਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ, ਧੁਰਕੀ ਬਾਣੀ ਦੇ ਸਾਹਮਣੇ ਕੀਤਾ ਜਾ ਰਿਹਾ ਹੈ। ਇਹ ਗੁਰੂ ਜੀ ਦੀ ਨਰਾਦਰੀ ਹੀ ਹੈ। ਜੇ ਕੋਈ ਬਾਦਸ਼ਾਹ ਬੈਠਾ ਹੋਵੇ, ਉਹਦੇ ਅੱਗੇ ਮੰਤਰੀ ਦੀਆਂ ਸਿਫਤਾਂ ਚਾਪਲੂਸੀਆਂ ਕਰੀ ਜਾਵੇ, ਕੋਈ ਬਾਦਸ਼ਾਹ ਦੀਆਂ ਗੱਲਾਂ ਕਰੇ ਹੀ ਨਾ, ਤਾਂ ਫਿਰ ਬਾਦਸ਼ਾਹ ਜਿਹੜਾ ਹੈ ਉਹ ਕਿਵੇਂ ਪ੍ਰਸੰਨ ਹੋ ਸਕਦਾ ਹੈ? ਬਾਦਸ਼ਾਹ ਦੇ ਸਾਹਮਣੇ ਉਸਤਤੀ ਬਾਦਸ਼ਾਹ ਦੀ ਹੀ ਹੁੰਦੀ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ ਤਾਂ ਉਸਤਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਦੁਆਰਾ ਹੀ ਉਹਨਾਂ ਦੀ ਹੋਣੀ ਹੈ, ਨਾ ਕਿ ਕੱਚੀਆਂ ਰਚਨਾਵਾਂ ਦੁਆਰਾ ਜੋ ਉਹਨਾਂ ਹਜ਼ੂਰੀ ਵਿੱਚ ਦੇਵੀ ਦੇਵਤਿਆਂ ਵਾਲੀਆਂ ਪੜ੍ਹੀਆਂ ਜਾਂਦੀਆਂ। ਢਾਡੀ ਵਾਰਾਂ ਦਾ ਗਾਇਨ ਹੁੰਦਾ ਹੈ। ਢਾਡੀ ਵਾਰਾਂ ਉਹੀ ਪ੍ਰਵਾਨ ਹਨ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਦੇ ਮੁਤਾਬਕ ਹਨ। ਸੋ ਇਹ ਕੱਚੀਆਂ ਰਚਨਾਵਾਂ ਜਿਹੜੀਆਂ ਕਿਹੜੀਆਂ ਹਨ? ਜਿਹੜੇ ਬਹੁਤ ਸਾਰੇ ਰਾਗੀ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਪੜ੍ਹਦੇ ਹਨ, ਜੇ ਇਹ ਵੀ ਬੰਦ ਨਾ ਕੀਤੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਲਈ ਕੀਤੇ ਯਤਨ ਜਿਹੜੇ ਹਨ ਉਹ ਬਹੁਤੇ ਕਾਮਯਾਬ ਨਹੀਂ ਹੋਣਗੇ, ਕਿਉਂਕਿ ਇਹ ਵੀ ਗੁਰੂ ਜੀ ਦੀ ਨਰਾਦਰੀ ਹੈ ਜੋ ਉਹਨਾਂ ਦੀ ਹਜ਼ੂਰੀ ਵਿੱਚ ਤੁਰਕੀ ਬਾਣੀ ਤੋਂ ਬਿਨਾਂ ਕੱਚੀਆਂ ਰਚਨਾਵਾਂ ਪੜ੍ਹਨੀਆਂ। ਜਿਵੇਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਇਹ ਹੀਰ ਵੱਲੋਂ ਰਾਂਝੇ ਨੂੰ ਕਈਆਂ ਗੱਲਾਂ ਹਨ, ਕਿਉਂਕਿ ਜਿਹੜਾ ਪਾਠਕ ਖੇੜਿਆਂ ਦਾ ਰਹਿਣਾ ਹੈ ਉਹ ਇਸ ਕਰਕੇ ਇਹ ਗੱਲ ਲਿਖੀ ਗਈ ਹੈ ਕਿ ਹੀਰ ਜਿਹੜੀ ਹੈ ਉਹ ਰਾਂਝੇ ਨਾਲ ਨਹੀਂ ਸਗੋਂ ਖੇੜਿਆਂ ਦੇ ਤੋਰ ਦਿੱਤੀ ਸੀ, ਤੇ ਉਹ ਰਾਂਝੇ ਪ੍ਰਤੀ ਇਹ ਕਹਿ ਰਹੀ ਹੈ, ਆਪਣਾ ਪਿਆਰ ਸੁਨੇਹਾ ਦੇ ਰਹੀ ਹੈ ਕਿ ਯਾਰੜਿਆ ਸਾਨੂੰ ਸਥਰ ਚੰਗਾ, ਤੇਰੇ ਨਾਲ ਰਹਿਣਾ ਸਾਨੂੰ ਚੰਗਾ ਸੀ, ਪਰ ਇੱਥੇ ਖੇੜਿਆਂ ਵਿੱਚ ਤਾਂ ਬਹੁਤ ਮਾੜਾ ਹਾਲ ਹੈ, ਪਾਠਕ ਖੇੜਿਆਂ ਦਾ ਰਹਿਣਾ।